ਤੇ ਇਹ ਫਸਟ ਪਾਰਟ ਇਹਦੇ ਵਿੱਚ ਆਪਾਂ 20 ਕੁਐਸਚਨ ਡਿਸਕਸ ਕਰਾਂਗੇ। ਇਹ ਤੁਹਾਡੇ PPSC, ਨਾਇਬ ਤਹਿਸੀਲਦਾਰ, ਪਟਵਾਰੀ, ਪੰਜਾਬ ਪੁਲਿਸ ਅਤੇ ਬਾਕੀ ਜਿੰਨੇ ਵੀ ਸਟੇਟ ਗਵਰਨਮੈਂਟ ਐਗਜ਼ਾਮ ਨੇ ਸਾਰਿਆਂ ਵਾਸਤੇ ਇੰਪੋਰਟੈਂਟ ਨੇ। ਮੈਂ ਪੈਨ ਦੀ ਥੋੜੀ ਸੈਟਿੰਗ ਕਰ ਲਵਾਂ। ਓਕੇ, ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈ ਮੈਚ ਦਾ ਫੋਲੋਇੰਗ। ਆਪਾਂ ਮੈਚ ਕਰਨਾ, ਕੁਝ ਰਿਵਰਸ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਰਿਗਵੈਦਿਕ ਨੇਮ ਦਿੱਤੇ ਹੋਏ ਨੇ ਤੇ ਕੁਝ ਮਾਡਰਨ ਨੇਮ ਦਿੱਤੇ ਹੋਏ ਨੇ, ਉਹਨਾਂ ਨੂੰ ਆਪਾਂ ਉਹਦੇ ਨਾਲ ਮੈਚ ਕਰਨਾ। ਸਭ ਤੋਂ ਪਹਿਲਾਂ ਸਤਲੁਜ, ਰਾਵੀ, ਚਨਾਬ, ਬਿਆਸ, ਇਹ ਕੁਝ ਨਾਮ ਦਿੱਤੇ ਗਏ ਨੇ ਇਹਨਾਂ ਦੇ, ਬਾਕੀ ਰਿਗਵੈਦਿਕ ਨਾਮ ਦਿੱਤੇ ਗਏ ਨੇ। ਤੁਸੀਂ ਇੱਕ ਚੀਜ਼ ਹੋਰ ਵੀ ਕਰ ਸਕਦੇ ਹੋ, ਅਗਰ ਤੁਸੀਂ ਕੁਐਸਚਨਸ ਅਟੈਂਪਟ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਕੁਐਸਚਨ ਪਹਿਲਾਂ ਖੁਦ ਟਰਾਈ ਕਰ ਸਕਦੇ ਹੋ ਤੇ ਉਹ ਤੋਂ ਬਾਅਦ ਆਨਸਰ ਤੁਹਾਨੂੰ ਮੈਂ ਦੱਸੀ ਜਾਣੇ ਦੇ ਨਾਲ ਨਾਲ। ਸੋ ਸਤਲੁਜ ਦਾ ਜੋ ਰਿਗਵੈਦਿਕ ਨੇਮ ਸੀ ਉਹ ਸੀ ਸਤਲੁੜੀ ਜਾਂ ਸਤੁਦਰੀ, ਰਾਵੀ ਦਾ ਪੁਰੂਸ਼ਨੀ ਤੇ ਚਨਾਬ ਦਾ ਅਸਕਿਨੀ, ਬਿਆਸ ਦਾ ਵਿਪਾਸਾ। ਸੋ ਕਿਹੜਾ ਆਨਸਰ ਬਣਿਆ? A4, B1, C2, D3। ਆਪਸ਼ਨ B ਇਜ਼ ਦਾ ਰਾਈਟ ਆਨਸਰ। ਹੁਣ ਮੈਂ ਕੁਝ ਤੁਹਾਨੂੰ ਨੇਮਸ ਦਿਖਾਉਣਾ, ਰਿਗਵੈਦਿਕ ਨੇਮ, ਰਿਵਰਸ ਦੇ ਤੇ ਮਾਡਰਨ ਨੇਮ ਇੰਪੋਰਟੈਂਟ ਹੈ ਤੁਹਾਡੇ ਵਾਸਤੇ। ਜਿਸ ਤਰ੍ਹਾਂ ਨਾਲ ਇੰਡਸ ਦਾ ਜੋ ਰਿਗਵੈਦਿਕ ਨੇਮ ਹੈ ਉਹ ਸਿੰਧੂ, ਜਿਹਲਮ ਦਾ ਬਿਤਾਸਤਾ ਤੇ ਚਨਾਬ ਦਾ ਅਸਕਿਨੀ, ਰਾਵੀ ਦਾ ਪੁਰੂਸ਼ਨੀ, ਬਿਆਸ ਦਾ ਵਿਪਾਸਾ ਤੇ ਸਤਲੁਜ ਦਾ ਸਤਲੁੜੀ, ਸਤੁਦਰੀ, ਇਹ ਨਾਮ ਹੈ। ਤੇ ਹੁਣ ਪੰਜਾਬ ਦੇ ਵਿੱਚ ਮਾਡਰਨ ਜਿਹੜੀਆਂ ਰਿਵਰ ਚੱਲਦੀਆਂ ਨੇ ਪੈਰੀਨੀਅਲ, 3 ਮੇਨ ਰਿਵਰ ਨੇ, ਰਾਵੀ, ਬਿਆਸ ਤੇ ਸਤਲੁਜ। ਕਮ ਟੂ ਦ ਨੈਕਸਟ ਕੁਐਸਚਨ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਇਹ ਕੁਝ ਸਟੇਟਮੈਂਟਸ ਦਿੱਤੀਆਂ ਗਈਆਂ ਨੇ, ਆਪਾਂ ਕੰਸੀਡਰ ਕਰਨੀਆਂ ਨੇ। ਪਹਿਲੀ ਹੈਗੀ ਦੁਆਬਾ ਇਜ਼ ਅ ਰੀਜਨ ਵਿਚ ਲਾਈਜ਼ ਬਿਟਵੀਨ ਬਿਆਸ ਐਂਡ ਰਾਵੀ ਰਿਵਰ। ਸੈਕੰਡ ਹੈ ਮਾਲਵਾ ਹੈਜ਼ 16 ਡਿਸਟ੍ਰਿਕਟਸ। ਤੇ ਥਰਡ ਹੈ ਪਠਾਨਕੋਟ ਸ਼ੇਅਰ ਇਟਸ ਬਾਰਡਰ ਵਿਦ ਜੰਮੂ ਐਂਡ ਕਸ਼ਮੀਰ ਐਂਡ ਹਿਮਾਚਲ ਪ੍ਰਦੇਸ਼। ਸੋ ਪਹਿਲੀ ਸਟੇਟਮੈਂਟ ਦੇਖੋ, ਕੰਸੀਡਰ ਕਰੋ ਕਿ ਦੁਆਬਾ ਜਿਹੜਾ ਰੀਜਨ ਉਹ ਬਿਆਸ ਤੇ ਰਾਵੀ ਦੇ ਵਿੱਚ ਲਾਈ ਕਰਦਾ। ਇਹ ਸਟੇਟਮੈਂਟ ਗਲਤ ਹੈ ਕਿਉਂਕਿ ਜਿਹੜਾ ਦੁਆਬਾ ਹੈ ਉਹ ਬਿਆਸ ਤੇ ਰਾਵੀ ਵਿੱਚ ਨਹੀਂ ਲਾਈ ਕਰਦਾ ਹੈਗਾ, ਦੁਆਬਾ ਲਾਈ ਕਰਦਾ ਰਾਵੀ ਤੇ ਬਿਆਸ ਤੇ ਸਤਲੁਜ ਦੇ ਵਿੱਚ। ਰਾਵੀ ਦੇ ਬਿਆਸ ਦੇ ਵਿੱਚ ਜਿਹੜਾ ਰੀਜਨ ਲਾਈ ਕਰਦਾ ਉਹਨੂੰ ਆਪਾਂ ਦੁਆਬਾ ਨਹੀਂ ਕਹਿੰਦੇ, ਉਹਨੂੰ ਆਪਾਂ ਮਾਝਾ ਕਹਿੰਦੇ ਆ। ਤਾਂ ਤੁਸੀਂ ਇੱਥੇ ਕਰੈਕਟ ਕਰ ਲੈਣਾ, ਇਹ ਮਾਝਾ ਨਾ ਕਿ ਦੁਆਬਾ। ਠੀਕ ਹੈ ਜੀ। ਪੰਜਾਬ ਦੇ ਵਿੱਚ ਬੇਸਿਕਲੀ 3 ਰੀਜਨ ਨੇ, ਮਾਝਾ, ਦੁਆਬਾ ਤੇ ਮਾਲਵਾ। ਸਾਰਿਆਂ ਦੇ ਵਿੱਚ ਜਿਹੜੇ ਹੈਗੇ ਨੇ, ਮਾਝਾ ਦੇ ਵਿੱਚ ਵੀ 4 ਡਿਸਟ੍ਰਿਕਟ ਨੇ, ਦੁਆਬਾ ਦੇ ਵਿੱਚ ਵੀ 4 ਡਿਸਟ੍ਰਿਕਟ ਨੇ ਤੇ ਮਾਲਵਾ ਦੇ ਵਿੱਚ ਹੈਗੇ ਨੇ 16 ਡਿਸਟ੍ਰਿਕਟ। 14 ਡਿਸਟ੍ਰਿਕਟ ਨੇ ਮਾਲਵਾ ਦੇ ਵਿੱਚ, ਇੱਥੇ 16 ਲਿਖਿਆ ਹੈ, ਗਲਤ ਆ। ਮਾਲਵਾ ਦੇ ਵਿੱਚ ਹੈਗੇ ਨੇ 14 ਡਿਸਟ੍ਰਿਕਟ, 14 ਡਿਸਟ੍ਰਿਕਟ ਨੇ ਮਾਲਵਾ ਦੇ ਵਿੱਚ। ਤੇ ਪਠਾਨਕੋਟ ਸ਼ੇਅਰ ਇਟਸ ਬਾਰਡਰ ਵਿਦ ਜੰਮੂ ਐਂਡ ਕਸ਼ਮੀਰ ਐਂਡ ਹਿਮਾਚਲ ਪ੍ਰਦੇਸ਼। ਤੇ ਪਠਾਨਕੋਟ ਜਿਹੜਾ ਹੈਗਾ ਉਹ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨਾਲ ਬਾਰਡਰ ਸ਼ੇਅਰ ਕਰਦਾ। ਇਹ ਵੀ ਸਟੇਟਮੈਂਟ ਜਿਹੜੀ ਹੈਗੀ ਆ ਠੀਕ ਆ। ਤੇ ਹੁਣ ਆਪਣੀ ਕਿਹੜੀ ਸਟੇਟਮੈਂਟ ਠੀਕ ਹੈ ਇਹਦੇ ਵਿੱਚੋਂ? ਪਹਿਲੀ ਹੈਗੀ ਆ, ਪਹਿਲੀ ਵੀ ਗਲਤ ਹੈ। ਹੁਣ ਆਪਾਂ ਦੇਖਣੀ ਹੈ ਕਿ ਟਰੂ ਕਿਹੜੀ ਆ। ਓਨਲੀ 3 ਇਜ਼ ਟਰੂ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਕਮ ਟੂ ਦਾ, ਹੁਣ ਤੁਹਾਨੂੰ ਇੱਕ ਵਾਰ ਮੈਂ ਮੈਪ ਦੇ ਵਿੱਚ ਦਿਖਾ ਦੇਣਾ ਕਿ ਕਿਹੜੇ ਜ਼ਿਲ੍ਹੇ ਜਾਂ ਕਿਹੜੇ ਪੋਰਸ਼ਨ ਲਾਈਕ ਕਰਦੇ ਆ। ਦੇਖੋ ਮਾਝਾ ਜਿਹੜਾ ਹੈਗਾ ਉਹਦੇ ਵਿੱਚ 4 ਜ਼ਿਲ੍ਹੇ ਪੈਂਦੇ ਆ, ਕਿਹੜੇ? ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ। ਦੁਆਬਾ ਦੇ ਵਿੱਚ ਵੀ 4 ਪੈਂਦੇ ਆ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ। ਤੇ ਮਾਲਵਾ ਦੇ ਵਿੱਚ ਜਿਹੜੇ ਹੈਗੇ ਆ ਟੋਟਲ 14 ਡਿਸਟ੍ਰਿਕਟ ਪੈਂਦੇ ਆ, ਉਹਨਾਂ ਦੇ ਨਾਮ ਲਿਖੇ ਹੋਏ ਨੇ, ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ ਜੀ। ਤੇ ਉਸ ਤੋਂ ਇਲਾਵਾ ਅਗਲਾ ਜਿਹੜਾ ਆਪਾਂ ਬਾਰਡਰ ਵੀ ਦੇਖ ਲੈਂਦੇ ਇਹਨਾਂ ਦੇ, ਕਿਹੜੇ ਇੰਟਰਨੈਸ਼ਨਲ ਜਾਂ ਨੈਸ਼ਨਲ ਬਾਰਡਰ ਸ਼ੇਅਰ ਕਰਦੇ ਆ। ਤੇ ਪਾਕਿਸਤਾਨ ਇੱਧਰ ਸਾਈਡ ਤੇ ਆ ਜਾਂਦਾ, ਇਹ ਜਿਸ ਤਰ੍ਹਾਂ ਅੰਮ੍ਰਿਤਸਰ ਹੋ ਗਿਆ, ਤਰਨਤਾਰਨ, ਫਿਰੋਜ਼ਪੁਰ, ਇਹ ਕੁਛ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਇਹਨਾਂ ਨਾਲ ਬਾਰਡਰ ਸ਼ੇਅਰ ਕਰਦੇ ਨੇ ਪੰਜਾਬ ਦੇ ਡਿਸਟ੍ਰਿਕਟ। ਤੇ ਜੰਮੂ ਕਸ਼ਮੀਰ ਪਠਾਨਕੋਟ ਨਾਲ ਤੇ ਹਿਮਾਚਲ ਦੋਨੋਂ ਇਹ ਪਠਾਨਕੋਟ ਦੇ ਨਾਲ ਬਾਰਡਰ ਸ਼ੇਅਰ ਕਰਦੇ ਆ। ਤਾਂ ਆਪਣੀ ਜਿਹੜੀ 3rd ਸਟੇਟਮੈਂਟ ਸੀ ਉਹ ਠੀਕ ਸੀ। ਤਾਂ ਇਸ ਸਾਈਡ ਤੇ ਸਾਊਥ ਵੱਲ ਹਰਿਆਣਾ ਆ ਜਾਂਦਾ, ਰਾਜਸਥਾਨ, ਤੇ ਇਸ ਸਾਈਡ ਤੇ ਹਰਿਆਣਾ। ਇਹ ਵੀ ਤੁਸੀਂ ਧਿਆਨ ਰੱਖਣਾ ਪੰਜਾਬ ਦੇ ਮੈਪ ਦੇ ਵਿੱਚ। ਅਗਲਾ ਅਪਡੇਟ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਆਰ ਇਨਕਰੈਕਟ। ਇਹਨਾਂ ਚੋਂ ਜਿਹੜੀ ਸਟੇਟਮੈਂਟ ਆ ਉਹ ਗਲਤ ਹੈ। ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਕਿ ਕੁਐਸਚਨ ਦੇ ਵਿੱਚ ਪੁੱਛਿਆ ਕੀ ਗਿਆ। ਸ਼ਹੀਦ ਭਗਤ ਸਿੰਘ ਵਾਸ ਬੋਰਨ, ਪਹਿਲੀ ਸਟੇਟਮੈਂਟ ਹੈ ਸ਼ਹੀਦ ਭਗਤ ਸਿੰਘ ਵਾਸ ਬੋਰਨ ਔਨ 27 ਨਵੰਬਰ 1907। ਦੂਜੀ ਹੈਗੀ ਆ he threw 2 harmless bombs in assembly on April 8th 1929 against public safety and trade dispute bill। ਥਰਡ ਹੈਗੀ ਆ in March 1927 he formed ਨੌਜਵਾਨ ਸਭਾ। ਸੋ ਇਹਨਾਂ ਨੂੰ ਐਨਾਲਾਈਜ਼ ਕਰੋ ਕਿ ਕਿਹੜੀ ਸਟੇਟਮੈਂਟ ਇਹਨਾਂ 'ਚੋਂ ਸਹੀ ਹੈ। ਤਾਂ ਪਹਿਲੀ ਸਟੇਟਮੈਂਟ ਠੀਕ ਹੈ ਬਿਲਕੁਲ, ਕਿਉਂਕਿ 1907 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬੰਗਾ ਪਿੰਡ ਦੇ ਵਿੱਚ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ, ਪਾਕਿਸਤਾਨੀ ਪੰਜਾਬ ਦੇ ਵਿੱਚ ਆ। ਅਗਲੀ ਸਟੇਟਮੈਂਟ ਹੈਗੀ ਆ ਕਿ ਉਹਨਾਂ ਨੇ 2 ਬੰਬ ਸਿੱਟੇ ਸੀਗੇ, ਅਸੈਂਬਲੀ ਵਿੱਚ 2 ਬੰਬ ਸੁੱਟੇ ਸੀ। ਔਰ ਕਦੋਂ ਸੁੱਟੇ ਸੀ? 8 ਅਪ੍ਰੈਲ 1929 ਨੂੰ। ਇਹ ਵੀ ਠੀਕ ਹੈ ਬਿਲਕੁਲ। ਇਹ ਕਿਸੇ ਬਿੱਲ ਦੇ ਖਿਲਾਫ, ਜਿਹੜਾ ਬਿੱਲ ਦਾ ਨਾਮ ਹੈ ਪਬਲਿਕ ਸੇਫਟੀ ਐਂਡ ਟ੍ਰੇਡ ਡਿਸਪਿਊਟ ਬਿੱਲ, ਇਹਦੇ ਖਿਲਾਫ ਸੁੱਟੇ ਗਏ ਸੀ। ਤੇ ਇਹਨਾਂ ਨਾਲ BK ਦੱਤ ਸੀਗੇ, ਉਹਨਾਂ ਨੇ ਬੰਬ ਸੁੱਟਣ ਤੋਂ ਬਾਅਦ ਗ੍ਰਿਫਤਾਰੀ ਦਿੱਤੀ ਸੀ ਤੇ ਬਾਅਦ 'ਚ ਇਹਨਾਂ ਦੇ ਖਿਲਾਫ ਟ੍ਰਾਇਲ ਚੱਲਿਆ ਸੀ ਤੇ ਬਾਅਦ 'ਚ ਇਹਨਾਂ ਨੂੰ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਤੇ ਉਹ ਸਾਰੀ ਤੁਹਾਨੂੰ ਪਤਾ ਹੀ ਕਿ ਜਿਹੜੀ 23 ਅਪ੍ਰੈਲ 1931 ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਲਾਹੌਰ ਦੇ ਵਿੱਚ, ਲਾਹੌਰ ਜੇਲ੍ਹ ਦੇ ਵਿੱਚ। ਤੇ ਅਗਲੀ ਜਿਹੜੀ ਇੱਕ ਸਟੇਟਮੈਂਟ ਲਿਖੀ ਹੋਈ ਹੈ ਕਿ 927 ਦੇ ਵਿੱਚ ਇਹਨਾਂ ਨੇ ਨੌਜਵਾਨ ਸਭਾ ਦੀ ਸਥਾਪਨਾ ਕੀਤੀ, ਇਹ ਗਲਤ ਹੈ। 1927 ਦੇ ਵਿੱਚ ਨਹੀਂ ਕੀਤੀ ਗਈ ਹੈਗੀ, ਇਹ 1926 ਦੇ ਵਿੱਚ ਕੀਤੀ ਗਈ ਸੀ। ਤਾਂ ਇਹਨੂੰ ਠੀਕ ਕਰ ਲਿਓ।
1926 ਦੇ ਵਿੱਚ ਇਹਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਸੀ। ਅਗਲਾ ਕੁਐਸਚਨ, ਅਰੇਂਜ ਦ ਫੋਲੋਇੰਗ ਡਿਸਟ੍ਰਿਕਟ ਫਰੋਮ ਈਸਟ ਟੂ ਵੈਸਟ ਡਾਇਰੈਕਸ਼ਨ। ਇਹਨਾਂ ਨੂੰ ਆਪਾਂ ਈਸਟ ਤੋਂ ਵੈਸਟ ਤੱਕ ਅਰੇਂਜ ਕਰਨਾ। ਕੁਝ ਡਿਸਟ੍ਰਿਕਟ ਦੇ ਨਾਮ ਦਿੱਤੇ ਗਏ ਨੇ, ਕਿਹੜੇ ਕਿਹੜੇ ਨੇ? ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ। ਅਗਰ ਤੁਸੀਂ ਪੰਜਾਬ ਦਾ ਮੈਪ ਦੇਖਿਆ ਹੋਇਆ ਤੇ ਤੁਹਾਨੂੰ ਯਾਦ ਹੈ, ਫਿਰ ਤੁਸੀਂ ਈਜ਼ੀਲੀ ਇਹਨੂੰ ਆਨਸਰ ਕਰ ਸਕਦੇ ਹੋ, ਅਦਰਵਾਈਜ਼ ਇਹਨੂੰ ਆਨਸਰ ਕਰਨਾ ਮੈਪ ਤੋਂ ਬਿਨਾਂ ਈਜ਼ੀ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਵਾਰ ਮੈਪ ਦੇ ਵਿੱਚ ਦਿਖਾ ਦਿੰਦਾ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਇਹ, ਜਿਸ ਤਰ੍ਹਾਂ ਨਾਲ ਬਠਿੰਡਾ ਪੁੱਛਿਆ ਗਿਆ ਪਹਿਲਾਂ, ਫਿਰ ਬਰਨਾਲਾ, ਫਿਰ ਸੰਗਰੂਰ, ਫਿਰ ਪਟਿਆਲਾ। ਤਾਂ ਅਗਰ ਇਹਨਾਂ ਦਾ ਈਸਟ ਤੋਂ ਲੈ ਕੇ ਵੈਸਟ ਤੱਕ, ਕਿਉਂਕਿ ਇੱਧਰ ਈਸਟ ਪੈਂਦਾ ਤੇ ਇਸ ਸਾਈਡ ਤੇ ਵੈਸਟ ਹੈ, ਤੇ ਈਸਟ ਤੋਂ ਲੈ ਕੇ ਵੈਸਟ ਤੱਕ ਇਹਨਾਂ ਨੂੰ ਆਪਾਂ ਅਰੇਂਜ ਕਰਨਾ, ਤਾਂ ਸਭ ਤੋਂ ਪਹਿਲਾਂ ਪਟਿਆਲਾ ਆਏਗਾ, ਫਿਰ ਸੰਗਰੂਰ, ਫਿਰ ਬਰਨਾਲਾ, ਫਿਰ ਬਠਿੰਡਾ। ਤਾਂ ਹੁਣ ਇੱਕ ਵਾਰੀ ਆਪਾਂ ਦੇਖ ਲੈਂਦੇ ਹਾਂ ਅਟੈਂਪਟ ਕਰਨ ਲਈ। ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ। 4 3 2 1 ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਚਲੋ ਅੱਗੇ ਦੇਖਦੇ ਹਾਂ। ਇਹ 'ਚ ਹੋਰ ਵੀ ਧਿਆਨ ਰੱਖੋ, ਮੈਪ ਦੇ ਵਿੱਚ ਕਈ ਵਾਰ ਕੁਐਸਚਨ ਪੁੱਛ ਲੈਂਦੇ ਆ ਕਿ ਨਾਰਥਰਨ ਮੋਸਟ ਡਿਸਟ੍ਰਿਕਟ ਕਿਹੜਾ? ਪਠਾਨਕੋਟ ਹੈ। ਤੇ ਵੈਸਟਰਨ ਮੋਸਟ ਕਿਹੜਾ? ਫਾਜ਼ਿਲਕਾ। ਤੇ ਸਦਰਨ ਮੋਸਟ ਕਿਹੜਾ? ਮਾਨਸਾ। ਤੇ ਈਸਟਰਨ ਮੋਸਟ ਕਿਹੜਾ? ਮੋਹਾਲੀ ਹੈ। ਇਹ ਯਾਦ ਰੱਖਿਓ, ਇਹ ਵੀ ਇੰਪੋਰਟੈਂਟ ਆ। ਕਮ ਟੂ ਦ ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਔਰ ਸਟੇਟਮੈਂਟਸ ਆਰ ਟਰੂ। ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ? ਪਹਿਲੀ ਸਟੇਟਮੈਂਟ ਹੈ ਨਾਮਧਾਰੀ ਮੂਵਮੈਂਟ ਵਾਜ਼ ਫਾਊਂਡਡ ਬਾय शिवदयाल। सेकंड है पहली है कि निरंकारी मूवमेंट वाज फाउंडेड बाय शिवदयाल। सेकंड है नामधारी मूवमेंट वाज स्टार्टेड बाय सतगुरु राम सिंह। थर्ड है कि सरदार ठाकुर सिंह संधवालिया वाज द फर्स्ट चेयरमैन ऑफ सिंह सभा मूवमेंट। एनालाइज करो, इन्होंने आंसर करने की कोशिश करो। हाँ जी, देखते हैं। पहला जो क्वेश्चन है, पहली जी स्टेटमेंट है वो गलत है, क्योंकि निरंकारी मूवमेंट की स्थापना वो शिवदयाल ने की थी, उन्होंने नाम से बाबा दयाल। सो ये रॉन्ग है, इन्हों ठीक कर लो, बाबा दयाल। ये पहली स्टेटमेंट गलत है। दूसरी स्टेटमेंट है कि नामधारी मूवमेंट वाज स्टार्टेड बाय सतगुरु राम सिंह। ये भी गलत है, क्योंकि सतगुरु राम सिंह ने नहीं स्टार्ट की थी, ये स्टार्ट की थी बाबा बालक सिंह द्वारा। थर्ड हैगी कि जी एक सिंह सभा मूवमेंट चलाई गई सी, जो पहले चेयरमैन सी वो ठाकुर सिंह संधवालिया। ये ठीक है जी। तो हुण ये अपने आंसर देखना कि किहड़ी ट्रू है। ये सिर्फ तीजी ट्रू है, तो ओनली 3 इज ट्रू। ऑप्शन डी इज द राइट आंसर। तो कुछ मैं जो मूवमेंट्स ने उन्होंने बारे तुहानूं दिखा भी दिंदा। तो इस तो पहले एक बार दस दिंदा कि सिंह सभा मूवमेंट सी ये चलाई गई सी जो ਆਪਾਂ ਨੂੰ ਪਤਾ ਕਿ 1849 ਦੇ ਵਿੱਚ ਜਿਹੜਾ ਹੈਗਾ ਪੰਜਾਬ ਉਹਦੇ ਉੱਪਰ ਕਬਜ਼ਾ ਹੁੰਦਾ, ਤੇ ਉਸ ਟਾਈਮ ਜਿਹੜੇ ਲਾਰਡ ਡਲਹੌਜੀ ਰੂਲ ਕਰਦੇ ਨੇ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਮਿਸ਼ਨਰੀਜ਼ ਐਕਟੀਵਿਟੀ ਸ਼ੁਰੂ ਹੁੰਦੀਆਂ ਨੇ, ਜਿਹਦੇ ਤਹਿਤ ਕੀ ਹੈ ਕਿ ਸਿੱਖਾਂ ਨੂੰ ਜਿਹੜੇ ਕ੍ਰਿਸਚੀਅਨ ਦੇ ਵਿੱਚ ਕਨਵਰਟ ਕੀਤਾ ਜਾਂਦਾ, ਤੇ ਉਸ ਚੀਜ਼ ਨੂੰ ਰੋਕਣ ਵਾਸਤੇ ਸਿੰਘ ਸਭਾ ਮੂਵਮੈਂਟ ਚਲਾਈ ਜਾਂਦੀ ਹੈ। ਅਗਲੀਆਂ ਜਿਹੜੀਆਂ ਮੂਵਮੈਂਟ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਕੁਝ ਇਨਫੋਰਮੇਸ਼ਨ ਦਿੰਦਾ, ਜਿਸ ਤਰ੍ਹਾਂ ਕਿ ਨਿਰੰਕਾਰੀ ਮੂਵਮੈਂਟ ਹੈ, ਕਿਹਦੇ ਦੁਆਰਾ ਸਟਾਰਟ ਕੀਤੀ ਸੀ? ਬਾਬਾ ਦਿਆਲ ਜੀ ਦੁਆਰਾ। ਰਾਧਾ ਸਵਾਮੀ ਮੂਵਮੈਂਟ ਸਟਾਰਟ ਕੀਤੀ ਗਈ ਸੀ ਸ਼ਿਵਦਿਆਲ ਆਫ ਆਗਰਾ। ਤੇ ਨਾਮਧਾਰੀ ਮੂਵਮੈਂਟ ਹੈ ਜਿਹੜੀ ਬਾਬਾ ਬਾਲਕ ਸਿੰਘ ਦੁਆਰਾ ਸਟਾਰਟ ਕੀਤੀ ਗਈ ਸੀ। ਵੈਰੀ ਇੰਪੋਰਟੈਂਟ, ਇਹਨਾਂ ਨੂੰ ਯਾਦ ਰੱਖਿਓ। वैसे दी PDF भी अवेलेबल करवा देंगे, अगर तुहानूं PDF चाहिए तो कमेंट दे विच दस दिओ, कमेंट बॉक्स दे विच, ते तुहानूं दी PDF प्रोवाइड करवाई जाएगी। विच ऑफ द फॉलोइंग स्टेटमेंट इज आर ट्रू। ये वेरी इंपॉर्टेंट है कि इन्हां चों किहड़ी स्टेटमेंट ठीक है। जिहड़ा स्टाइल है क्वेश्चन का, ये या UPSC वगैरह या PPSC के जिहड़े एग्जाम ने उन्हां 'च देखण नूं मिलदा। तो तुसीं इस लैवल दे अगर क्वेश्चन प्रैक्टिस करदे हो तो जिहड़े नॉर्मल क्वेश्चन ने तुहाडे लई बड़े ईजी हो जाणगे। तो पहली स्टेटमेंट है कि कोमागाटा मारू वाज जैपनीज स्टीमर, इट वाज हायर्ड बाय बाबा गुरदयाल सिंह। थर्ड है कि इट सेल्ड फ्रॉम हांगकांग टू वैनकूवर। सो पहली स्टेटमेंट बिल्कुल ठीक है। कोमागाटा मारू जो जहाज से जापान तो लिया गया, स्टीमर का मतलब स्टीम इंजन वाला सी। तो स्टेटमेंट ठीक है, कैनेडा वास्ते जो लेके जाने वास्ते हायर किया गया कि दोबारा ये गलत है दूसरी स्टेटमेंट, क्योंकि बाबा गुरदयाल नहीं सी, उन्होंने नाम बाबा गुरदित सी। तो सैकेंड ऑप्शन की है गलत है, बाबा गुरदित सिंह ने हायर किया। थर्ड स्टेटमेंट है सेल्ड फ्रॉम, सेल्ड का मतलब कि कितों किस तक चलिया, ये हांगकांग तो लेके वैनकूवर तक गया कदों 1914 के। ये भी स्टेटमेंट ठीक है। तो हुण किहड़ी स्टेटमेंट ट्रू नहीं हैगी, आपां ने ये देखना नॉट ट्रू। तो सिर्फ दूजी स्टेटमेंट है जी गलत है, दूजी स्टेटमेंट गलत है। ठीक है जी। कम टू द नेक्स्ट क्वेश्चन। द टर्म ग्रीन रेवोल्यूशन वाज कॉइंड ऑन 8 मार्च 1968। 1968 ਦੇ ਵਿੱਚ ਟਰਮ ਦਿੱਤੀ ਗਈ, ਕਿਹਦੇ ਦੁਆਰਾ ਦਿੱਤੀ ਗਈ? ਵੈਰੀ ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਐਗਜ਼ਾਮ 'ਚ ਆ ਚੁੱਕਿਆ ਤੇ ਅੱਗੇ ਵੀ ਆਏਗਾ। ਇਹਨਾਂ ਦਾ ਨਾਮ ਹੈਗਾ ਵਿਲੀਅਮ ਐਸ ਗॉड। ਵਿਲੀਅਮ ਐਸ ਗॉड ਨੇ ਟਰਮ ਦਿੱਤੀ ਸੀ ਗ੍ਰੀਨ ਰੈਵੋਲੂਸ਼ਨ। ਕੁਐਸਚਨ ਇਹ ਵੀ ਆ ਸਕਦਾ ਕਿ ਗ੍ਰੀਨ ਰੈਵੋਲੂਸ਼ਨ ਦੇ ਫਾਦਰ ਕੌਣ ਨੇ? अगर तो इंडिया के पुछे जाए तो स्वामीनाथन ने, अगर वर्ल्ड के पुछे जाए तो नॉर्मन वॉरलॉग ने। याद रखियो। एक कई बार होर पूछा जाता कि हु इज़ द फादर ऑफ वाइट रेवोल्यूशन जो ऑपरेशन फ्लड किस चीज़ रिलेटेड आ? वो है मिल्क नाल रिलेटेड, मिल्क नाल। तो ये जोड़े फादर ने वो कौन ने? वर्गीस कुरियन। वर्गीस कुरियन याद रखियो। ऑपरेशन फ्लड किस चीज़ रिलेटेड आ? मिल्क प्रोडक्शन के रिलेटेड आ। कम टू द नैक्सट क्वेश्चन। अगला क्वेश्चन है कंसिडर द गिवन स्टेटमेंट्स अबाउट जलियांवाला बाग मैसेकर। जो जलियांवाला बाग का हत्याकांड होया सी उहदे नाल संबंधित कुछ स्टेटमेंट्स ने। पहली स्टेटमेंट है कि द सिविलियन हैड असैम्बल्ड टू कंडेम द अरेस्ट एंड डिपोर्टेशन ऑफ 2 नेशनल लीडर्स डॉक्टर सत्यपाल एंड सैफुद्दीन किचलू, डॉक्टर सैफुद्दीन किचलू। सैकेंड है ब्रिगेडियर जनरल रेजिनल्ड डायर ऑर्डर टू ओपन द फायर ऑन पीपल। थर्ड हैगी लॉर्ड
ਜੇਮਜ਼ ਹੰਟਰ ਵਾਸ ਦ ਚੇਅਰਮੈਨ ਆਫ ਹੰਟਰ ਕਮੇਟੀ। ਹੁਣ ਮੈਂ ਪੰਜਾਬੀ ਦੇ ਵਿੱਚ ਸਾਰੀਆਂ ਸਮਝਾਉਣਾ। ਪਹਿਲੀ ਹੈ ਕਿ ਡਾਕਟਰ ਸਤਿਆਪਾਲ ਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਅਰੈਸਟ ਕਰ ਲਿਆ ਗਿਆ ਸੀ ਅੰਗਰੇਜ਼ਾਂ ਦੁਆਰਾ 10 ਮਾਰਚ 1919 ਦੇ ਵਿੱਚ। ਤੇ ਉਹਦੇ ਕਰਕੇ ਕੀ ਹੈ ਕਿ ਜਿਹੜੇ ਕੁਝ ਲੋਕ ਇਕੱਠੇ ਹੋਏ ਸੀ ਤੇ ਪ੍ਰਦਰਸ਼ਨ ਕਰ ਰਹੇ ਸੀ ਕਿ ਇਹਨਾਂ ਨੂੰ ਆਜ਼ਾਦ ਕੀਤਾ ਜਾਵੇ। ਪਹਿਲੀ ਸਟੇਟਮੈਂਟ ਇਹ ਕਹਿੰਦੀ ਹੈ। ਦੂਜੀ ਸਟੇਟਮੈਂਟ ਕਹਿੰਦੀ ਹੈ ਕਿ ਬ੍ਰਿਗੇਡੀਅਰ ਜਨਰਲ ਜਿਹੜੇ ਇੱਕ ਆਰਮੀ ਆਫੀਸਰ ਸੀ ਉਸ ਟਾਈਮ ਬ੍ਰਿਟਿਸ਼ ਆਰਮੀ ਦੇ, ਤੇ ਉਹਨਾਂ ਨੇ ਲੋਕਾਂ ਦੇ ਉੱਪਰ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ ਉਸ ਬੰਦੇ ਨੇ। ਫਿਰ ਹੈਗਾ ਲਾਰਡ ਜੇਮਜ਼ ਹੰਟਰ। ਕੋਈ ਲਾਰਡ ਜੇਮਜ਼ ਹੰਟਰ ਨਾਮ ਦਾ ਪਰਸਨ ਸੀ ਜਿਹਦੇ ਨਾਮ ਤੇ ਹੰਟਰ ਕਮੇਟੀ ਜਾਂ ਹੰਟਰ ਕਮਿਸ਼ਨ ਦੀ ਸਥਾਪਨਾ ਕੀਤੀ। ਉਹ ਚੇਅਰਮੈਨ ਸੀ ਉਸ ਕਮੇਟੀ ਦਾ। ਤਾਂ ਇਹਨੂੰ ਐਨਾਲਾਈਜ਼ ਕਰੋ, ਆਨਸਰ ਕਰਨ ਦੀ ਕੋਸ਼ਿਸ਼ ਕਰੋ। ਚਲੋ ਦੇਖਦੇ ਹਾਂ। ਪਹਿਲਾ ਸਟੇਟਮੈਂਟ ਬਿਲਕੁਲ ਠੀਕ ਹੈ। ਦੂਜਾ ਸਟੇਟਮੈਂਟ ਇਹ ਵੀ ਬਿਲਕੁਲ ਠੀਕ ਹੈ। ਰੈਜੀਨਲ ਡਾਇਰ ਨੇ ਹੀ ਜਿਹੜਾ ਹੈਗਾ ਆਰਡਰ ਦਿੱਤਾ ਸੀਗਾ ਗੋਲੀ ਚਲਾਉਣ ਦਾ। ਥਰਡ ਹੈ ਕਿ ਲਾਰਡ ਜੇਮਜ਼ ਹੰਟਰ ਵਾਸ ਦਾ ਚੇਅਰਮੈਨ ਆਫ ਹੰਟਰ ਕਮਿਸ਼ਨ। ਇਹ ਗਲਤ ਹੈ ਸਟੇਟਮੈਂਟ, ਕਿਉਂਕਿ ਉਹਦਾ ਨਾਮ ਲਾਰਡ ਜੇਮਜ਼ ਹੰਟਰ ਨਹੀਂ ਸੀ, ਉਹਦਾ ਨਾਮ ਸੀਗਾ ਵਿਲੀਅਮ ਹੰਟਰ। ਵਿਲੀਅਮ ਹੰਟਰ ਨਾਮ ਦੇ ਪਰਸਨ ਦੇ ਨਾਮ ਤੇ ਜਿਹੜਾ ਹੈਗਾ ਕਮਿਸ਼ਨ ਬਣਾਇਆ ਗਿਆ ਸੀ। ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ, ਜਿਹੜਾ ਇੱਥੇ ਨਾਮ ਲਿਖਿਆ ਹੈ ਬ੍ਰਿਗੇਡੀਅਰ ਜਨਰਲ ਰੈਜੀਨਲ ਡਾਇਰ, ਇਹ ਪਰਸਨ ਇੱਕ ਆਰਮੀ ਜਨਰਲ ਸੀਗਾ ਤੇ ਜਿਹਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਤੇ ਜਿਸ ਪਰਸਨ ਨੂੰ ਸ਼ਹੀਦ ਊਧਮ ਸਿੰਘ ਨੇ ਮਾਰਿਆ ਸੀ 13 ਮਾਰਚ 1940 ਦੇ ਵਿੱਚ ਕੈਕਸਟਨ ਹਾਲ ਦੇ ਵਿੱਚ ਲੰਡਨ ਦੇ ਵਿੱਚ, ਉਹ ਬੰਦੇ ਦਾ ਨਾਮ ਸੀਗਾ ਮਾਈਕਲ ਓਡਾਇਰ। ਮਾਈਕਲ ਓਡਾਇਰ ਉਸ ਟਾਈਮ ਜਿਸ ਟਾਈਮ ਇਹ ਹੱਤਿਆਕਾਂਡ ਹੋਇਆ ਸੀ ਉਸ ਟਾਈਮ ਪੰਜਾਬ ਦਾ ਗਵਰਨਰ ਸੀ। ਸੋ ਮਾਈਕਲ ਓਡਾਇਰ ਨੂੰ ਰੈਜੀਨਲ ਡਾਇਰ ਦੇ ਨਾਲ ਕਨਫਿਊਜ਼ ਨਹੀਂ ਕਰਨਾ, ਦੋਨੋਂ ਅਲੱਗ-ਅਲੱਗ ਪਰਸਨ ਨੇ। ਠੀਕ ਹੈ ਜੀ, ਕਮ ਟੂ ਦ ਨੈਕਸਟ। ਇਹਦਾ ਹੁਣ ਆਨਸਰ ਦੇਖ ਲਈਏ ਆਪਾਂ। ਤਾਂ ਪੁੱਛਿਆ ਗਿਆ ਕਿ ਕਿਹੜੀ ਸਟੇਟਮੈਂਟ ਟਰੂ ਆ, ਤਾਂ ਇਹਦੇ ਵਿੱਚ ਦੋ ਸਟੇਟਮੈਂਟ ਟਰੂ ਨੇ, ਫਸਟ ਐਂਡ ਸੈਕੰਡ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਮ ਟੂ ਦ ਨੈਕਸਟ ਕੁਐਸਚਨ। ਹੁਣ ਕੁਝ ਰਚਨਾਵਾਂ ਨੇ ਗੁਰੂ ਸਾਹਿਬ ਦੀਆਂ ਤੇ ਉਹਨਾਂ ਨੂੰ ਆਪਾਂ ਮੈਚ ਕਰਨਾ, ਕਰੈਕਟਲੀ ਮੈਚ। ਇਹਨਾਂ ਚੋਂ ਦੇਖਿਆ ਕੁਐਸਚਨ ਪੁੱਛਿਆ ਗਿਆ ਕਿ ਕਿਹੜੀਆਂ ਕਰੈਕਟਲੀ ਮੈਚ ਨਹੀਂ ਹੈਗੀਆਂ, ਆਪਾਂ ਨੇ ਉਹ ਆਨਸਰ ਦੇਣੇ। ਪਹਿਲਾ ਹੈਗਾ ਸੁਖਮਨੀ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਲਿਖਿਆ। ਜਾਪ ਸਾਹਿਬ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ। ਸਿੱਧ ਗੋਸ਼ਟ ਗੁਰੂ ਤੇਗ ਬਹਾਦਰ ਜੀ ਦੀ ਰਚਨਾ। ਆਨੰਦ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਰਚਨਾ। ਸੋ ਪਹਿਲੀ ਸਟੇਟਮੈਂਟ, ਜਿਹੜਾ ਪਹਿਲਾ ਸਟੇਟਮੈਂਟ ਉਹ ਗਲਤ ਹੈ, ਕਿਉਂਕਿ ਸੁਖਮਨੀ ਸਾਹਿਬ ਹੈਗਾ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਗੁਰੂ ਅਰਜਨ ਦੇਵ ਜੀ ਨੇ ਲਿਖਿਆ। ਪਹਿਲੀ ਸਟੇਟਮੈਂਟ ਗਲਤ ਹੈ। ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਬਿਲਕੁਲ ਸਹੀ ਹੈ। ਦੂਜੀ ਸਟੇਟਮੈਂਟ ਠੀਕ ਹੈ, ਦੂਜੀ ਸਟੇਟਮੈਂਟ ਓਕੇ ਆ। ਥਰਡ ਸਟੇਟਮੈਂਟ ਹੈ ਸਿੱਧ ਗੋਸ਼ਟ। ਸਿੱਧ ਗੋਸ਼ਟ ਦੀ ਰਚਨਾ ਗੁਰੂ ਤੇਗ ਬਹਾਦਰ ਜੀ ਦੁਆਰਾ ਨਹੀਂ ਕੀਤੀ ਗਈ। ਸਿੱਧ ਗੋਸ਼ਟ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ। ਆਨੰਦ ਸਾਹਿਬ ਦੀ ਰਚਨਾ ਕੀਤੀ ਗਈ, ਇਹ ਵੀ ਗਲਤ ਹੈ। ਆਨੰਦ ਸਾਹਿਬ ਦੀ ਰਚਨਾ ਕੀਤੀ ਗਈ ਹੈ ਗੁਰੂ ਅਮਰਦਾਸ ਜੀ ਦੁਆਰਾ, ਨਾ ਕਿ ਗੁਰੂ ਅੰਗਦ ਦੇਵ ਜੀ ਦੁਆਰਾ। ਤੀਜੇ ਗੁਰੂ ਸੀ ਜਿਹੜੇ ਆਪਣੇ ਅਮਰਦਾਸ ਜੀ, ਉਹਨਾਂ ਨੇ ਜਿਹੜੀ ਹੈਗੀ ਆਨੰਦ ਸਾਹਿਬ ਦੀ ਸਥਾਪਨਾ ਕੀਤੀ, ਰਚਨਾ ਕੀਤੀ ਸੀ। ਤੇ ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਦੀਆਂ ਕੁਝ ਰਚਨਾਵਾਂ ਨੇ, ਜਿਵੇਂ ਆਸਾ ਦੀ ਵਾਰ ਹੋ ਗਈ, ਜਪਜੀ ਸਾਹਿਬ ਹੋ ਗਿਆ, ਸਿੱਧ ਗੋਸ਼ਟ ਹੋ ਗਿਆ, 12 ਮਾਹ ਹੋ ਗਿਆ। ਤੇ ਉਸ ਤੋਂ ਇਲਾਵਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਰਚਨਾਵਾਂ ਸੀਗੀਆਂ ਗੁਰੂ ਗੋਬਿੰਦ ਸਿੰਘ ਦੀਆਂ, ਜਿਸ ਤਰ੍ਹਾਂ ਅਕਾਲ ਉਸਤਤ, ਚੰਡੀ ਦੀ ਵਾਰ, ਚੌਪਈ ਸਾਹਿਬ, ਉਸ ਤੋਂ ਇਲਾਵਾ ਸਵਈਏ ਹੋ ਗਏ, ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਵਿਚਿੱਤਰ ਨਾਟਕ। ਸੋ ਇਹਦਾ ਆਨਸਰ ਕੀ ਹੋਏਗਾ ਕਿ ਕਿਹੜਾ ਕਰੈਕਟਲੀ ਮੈਚ ਨਹੀਂ ਹੈਗਾ। ਪਹਿਲਾ ਵੀ ਗਲਤ ਹੈ, ਤੀਜਾ ਵੀ, ਚੌਥਾ ਵੀ। ਫਸਟ, 3 ਐਂਡ 4th ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਮਾਰਕ ਕਰ ਲਿਓ। ਅਗਲਾ ਕੁਐਸਚਨ ਦੇਖੋ। ਅਰੇਂਜ ਦ ਫੋਲੋਇੰਗ ਇਵੈਂਟਸ ਇਨ ਕ੍ਰੋਨੋਲੋਜੀਕਲ ਆਰਡਰ। ਕ੍ਰੋਨੋਲੋਜੀਕਲ ਦਾ ਮਤਲਬ ਹੁੰਦਾ ਕਿ ਟਾਈਮ ਦੇ ਹਿਸਾਬ ਨਾਲ ਇਹਨਾਂ ਨੂੰ ਅਰੇਂਜ ਕਰਨਾ, ਕਿ ਪਹਿਲਾ ਇਵੈਂਟ ਕਿਹੜਾ ਹੋਇਆ, ਫਿਰ ਕਿਹੜਾ, ਫਿਰ ਕਿਹੜਾ। ਇਹ ਹੁਣ ਤੁਸੀਂ ਦੱਸਣਾ ਮੈਨੂੰ ਕਿ ਇਹਨੂੰ ਇੱਕ ਵਾਰ ਐਨਾਲਾਈਜ਼ ਕਰੋ। ਪਹਿਲਾਂ ਜਲਿਆਂਵਾਲਾ ਬਾਗ ਮੈਸੇਕਰ ਲਿਖਿਆ ਹੋਇਆ, ਪਹਿਲਾਂ ਜਲਿਆਂਵਾਲਾ ਬਾਗ ਮੈਸੇਕਰ ਲਿਖਿਆ ਹੋਇਆ, ਫਿਰ ਲਿਖਿਆ ਹੈ ਜੈਤੋ ਦਾ ਮੋਰਚਾ, ਫਿਰ ਲਿਖਿਆ ਹੋਇਆ ਪੰਜਾਬ ਰਿਆਸਤੀ ਪ੍ਰਜਾ ਮੰਡਲ, ਫਿਰ ਲਿਖਿਆ ਸਿੱਖ ਗੁਰਦੁਆਰਾ ਐਕਟ। ਤੇ ਇੱਕ ਵਾਰ ਮੈਂ ਪੈਨ ਨੂੰ ਠੀਕ ਕਰ ਲਾਂ, ਇਹਨੂੰ ਇੱਕ ਵਾਰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਕਿ ਹਾਂਜੀ, ਜਲਿਆਂਵਾਲਾ ਬਾਗ ਮੈਸੇਕਰ ਸਭ ਨੂੰ ਪਤਾ ਕਦੋਂ ਹੋਇਆ ਸੀ, 1919 ਦੇ ਵਿੱਚ ਹੋਇਆ ਸੀ। ਜੈਤੋ ਦਾ ਮੋਰਚਾ 1923 ਦੇ ਵਿੱਚ ਹੋਇਆ ਸੀ। ਪੰਜਾਬ ਰਿਆਸਤੀ ਪ੍ਰਜਾ ਮੰਡਲ ਦੀ ਸਥਾਪਨਾ 1928 ਦੇ ਵਿੱਚ ਹੋਈ ਸੀ। ਤੇ ਸਿੱਖ ਗੁਰਦੁਆਰਾ ਐਕਟ ਜਿਹੜਾ 1925 ਦੇ ਵਿੱਚ ਬਣਿਆ ਸੀ। ਤਾਂ ਪਹਿਲਾ ਇਵੈਂਟ, ਹੁਣ ਇਹਦਾ ਆਨਸਰ ਕੀ ਬਣੇਗਾ? ਫਸਟ, ਸੈਕਿੰਡ, 4th ਐਂਡ 3rd। ਫਸਟ, ਸੈਕਿੰਡ, 4th ਐਂਡ 3rd। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਕਮ ਟੂ ਦ ਨੈਕਸਟ ਕੁਐਸਚਨ। Who among the following was the founder president of Ghadar party? Very simple question. ਮੇਰਾ ਫੈਕਚੁਅਲ ਕੁਐਸਚਨ ਹੈ। ਇਹਦੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਸੀ ਉਹ ਬਾਬਾ ਸੋਹਣ ਸਿੰਘ ਭਕਨਾ ਜੀ ਸੀਗੇ। ਬਾਬਾ ਸੋਹਣ ਸਿੰਘ ਜੀ ਭਕਨਾ, ਯਾਦ ਰੱਖਿਓ। ਓਕੇ, ਕਮ ਟੂ ਦ ਨੈਕਸਟ ਕੁਐਸਚਨ। ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਮੈਚ ਦਾ ਫੋਲੋਇੰਗ, ਇਹਨਾਂ ਨੂੰ ਆਪਾਂ ਮੈਚ ਕਰਨਾ। ਲੰਗਰ ਪ੍ਰਥਾ, ਮੱਲ ਅਖਾੜਾ, ਮੰਜੀ ਸਿਸਟਮ, ਬਸੰਤ ਸਿਸਟਮ। ਜਿਹੜਾ ਲੰਗਰ ਸਿਸਟਮ ਹੈ, ਲੰਗਰ ਪ੍ਰਥਾ ਤੁਹਾਨੂੰ ਪਤਾ ਕਿ ਇਹ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। 20 ਰੁਪਏ ਦਾ ਲੰਗਰ ਤੋਂ ਸ਼ੁਰੂ ਕੀਤਾ ਸੀ, ਜਿਹੜਾ ਅੱਜ ਤੱਕ ਚੱਲ ਰਿਹਾ। ਤਾਂ ਲੰਗਰ ਪ੍ਰਥਾ ਇਹਨੂੰ ਮੈਚ ਕਰੋ ਗੁਰੂ ਨਾਨਕ ਦੇਵ ਜੀ ਨਾਲ। ਤੇ ਮੱਲ ਅਖਾੜਾ ਸਟਾਰਟ ਕੀਤਾ ਗਿਆ ਸੀ ਗੁਰੂ ਅੰਗਦ ਦੇਵ ਜੀ ਦੁਆਰਾ। ਤੇ ਸੈਕਿੰਡ ਨੂੰ ਮੈਚ ਕਰੋ ਬੀ ਦੇ ਨਾਲ। ਤੇ ਮੰਜੀ ਸਿਸਟਮ ਸਟਾਰਟ ਕੀਤਾ ਗਿਆ ਸੀਗਾ। ਮੰਜੀ ਸਿਸਟਮ ਅਮਰਦਾਸ ਜੀ ਦੁਆਰਾ ਸਟਾਰਟ ਕੀਤਾ ਗਿਆ ਸੀ, ਗੁਰੂ ਅਮਰਦਾਸ ਜੀ। ਤਾਂ ਤੀਜੇ ਦਾ ਡੀ। ਮਸੰਦ ਸਿਸਟਮ ਸਟਾਰਟ ਕੀਤਾ ਗਿਆ ਸੀ ਗੁਰੂ
ਰਾਮਦਾਸ ਜੀ ਦੁਆਰਾ, ਤੇ ਮਸੰਦ ਸਿਸਟਮ ਨੂੰ ਜਿਹੜਾ ਖਤਮ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਿਆ ਸੀ। ਮੈਂ ਸਾਰਿਆਂ ਬਾਰੇ ਦੱਸਦਾ। ਮੱਲ ਅਖਾੜਾ ਬੇਸਿਕਲੀ ਕੀ ਸੀ? ਮੱਲ ਅਖਾੜਾ ਰਿਲੇਟਡ ਸੀਗਾ ਨਾਲ ਰੈਸਲਿੰਗ ਦੇ ਨਾਲ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਸੀਗੇ ਤਾਂ ਕਿ ਜਿਹੜੇ ਸਿੱਖ ਨੇ ਉਹ ਸਰੀਰਕ ਤੌਰ ਤੇ ਤਾਕਤਵਰ ਬਣਨ, ਸਟਰੋਂਗ ਬਣਨ। ਉਹਦੇ ਲਈ ਇਹ ਗੁਰੂ ਅੰਗਦ ਦੇਵ ਨੇ ਸ਼ੁਰੂ ਕੀਤਾ ਸੀ। ਤੇ ਮੰਜੀ ਸਿਸਟਮ ਸੀਗਾ ਜਿਹੜਾ ਬੇਸਿਕਲੀ ਜਿਹੜੀ ਹੈਗੀਆਂ ਸੀਟਸ ਬਣਾਈਆਂ ਗਈਆਂ ਸੀ ਪ੍ਰਚਾਰ ਕਰਨ ਵਾਸਤੇ, ਮੰਜੀਆਂ ਬਣਾਈਆਂ ਗਈਆਂ ਸੀ ਥਰੂ ਆਊਟ ਇੰਡੀਆ, ਤਾਂ ਕਿ ਜਿਹੜੇ ਸਿੱਖਾਂ ਦਾ ਪ੍ਰਚਾਰ ਕਰਨਾ ਜਾਂ ਸਿੱਖੀ ਦਾ ਪ੍ਰਚਾਰ ਅਲੱਗ-ਅਲੱਗ ਜਗ੍ਹਾ ਤੋਂ ਸੌਖੇ ਤਰੀਕੇ ਨਾਲ ਪੂਰੇ ਭਾਰਤ ਦੇ ਵਿੱਚ ਕੀਤਾ ਜਾ ਸਕੇ। ਉਹਦੇ ਲਈ ਮੰਜੀ ਸਿਸਟਮ ਦੀ ਸਥਾਪਨਾ ਕੀਤੀ ਗਈ ਸੀ। ਤੇ ਮਸੰਦ ਸਿਸਟਮ ਦੀ ਸਥਾਪਨਾ ਕੀਤੀ ਗਈ ਸੀ ਤਾਂ ਕਿ ਮਸੰਦ ਉਹ ਗ੍ਰੰਥੀ ਜਾਂ ਉਹ ਪ੍ਰੀਸਟ ਸੀਗੇ ਜਿਹੜੇ ਮਤਲਬ ਕਿ ਲੋਕਾਂ ਕੋਲ ਜਾਂਦੇ ਸੀਗੇ ਜਾਂ ਲੋਕ ਉਹਨਾਂ ਕੋਲ ਆ ਕੇ ਉਹਨਾਂ ਨੂੰ ਭੇਟਾਵਾਂ ਜਾਂ ਤੋਹਫੇ ਵਗੈਰਾ ਦਿੰਦੇ ਸੀਗੇ ਤੇ ਉਹ ਧਰਮ ਦਾ ਪ੍ਰਚਾਰ ਵੀ ਕਰਦੇ ਸੀ। ਤੇ ਉਹ ਜਿਹੜੇ ਤੋਹਫੇ ਸੀ ਗੁਰੂ ਸਾਹਿਬ ਤੱਕ ਲੈ ਕੇ ਆਉਂਦੇ ਸੀਗੇ। ਮਤਲਬ ਜਿਹੜੇ ਗੁਰੂ ਉਸ ਟਾਈਮ ਕੋਈ ਵੀ ਗੁਰੂ ਸਾਹਿਬਾਨ ਜਿਹੜੇ ਗੱਦੀ ਤੇ ਬੈਠੇ ਸੀ ਜਾਂ ਜਿਹੜੇ ਮਤਲਬ ਕਿ ਉਸ ਟਾਈਮ ਸਿੱਖਾਂ ਦੇ ਗੁਰੂ ਪ੍ਰੈਜ਼ੈਂਟ ਗੁਰੂ ਸੀ ਤੇ ਉਹਨਾਂ ਤੱਕ ਉਹ ਜਿਹੜੇ ਸਾਰੇ ਤੋਹਫੇ ਸੀ ਸੰਗਤ ਤੋਂ ਉਹ ਲਿਆ ਕੇ ਭੇਟ ਕਰਦੇ ਸੀ। ਯਾਨੀ ਸੰਗਤ ਦੀਆਂ ਭੇਟਾਵਾਂ ਸੀ ਕੌਣ? ਮਸੰਦ। ਠੀਕ ਹੈ ਜੀ। ਤਾਂ ਇਹਦਾ ਕਿਹੜਾ ਆਨਸਰ ਕੀ ਹੋਏਗਾ? ਇਹਦਾ ਆਨਸਰ ਹੋਏਗਾ ਆਪਸ਼ਨ ਡੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। 1 ਸੀ, 2nd ਬੀ, 3rd ਡੀ, 4th ਏ। ਹਾਂਜੀ, ਅੱਗੇ ਲਿਖਿਆ ਹੋਇਆ ਵਿੱਚੋਂ ਦਾ ਫੋਲੋਇੰਗ ਮਿਸਲ ਨੇਮ ਆਰ ਮਿਸਲ ਜਾਂ ਮਿਸਲਸ ਨੇਮ ਆਰ ਇਨਕਰੈਕਟਲੀ ਮੈਚਡ, ਕਿ ਇਹਨਾਂ ਦੇ ਵਿੱਚੋਂ ਕਿਹੜੀਆਂ ਮਿਸਲਾਂ ਨੇ ਜਿਨ੍ਹਾਂ ਦੇ ਨਾਮ ਗਲਤ ਮੈਚ ਕੀਤੇ ਗਏ ਨੇ। ਪਹਿਲੀ ਮਿਸਲ ਹੈ ਨਿਸ਼ਾਨ ਵਾਲੀਆ ਮਿਸਲ, ਤੇ ਇਹਦੀ ਸਥਾਪਨਾ ਕਿਹਨੇ ਕੀਤੀ ਸੀ? ਦਸੌਂਧਾ ਸਿੰਘ ਨੇ। ਜਾਂ ਇਹ ਦਿੱਤਾ ਹੋਇਆ ਫਿਰ ਭੰਗੀ ਮਿਸਲ ਹੈ, ਫਿਰ ਸੁਕਰ ਚੱਕੀ ਹੈ, ਫਿਰ ਡੱਲੇ ਵਾਲੀ ਹੈ। ਇੱਕ ਵਾਰ ਇਹਨੂੰ ਟਰਾਈ ਕਰੋ, ਉਸ ਤੋਂ ਬਾਅਦ ਆਪਾਂ ਐਨਾਲਾਈਜ਼ ਕਰਦੇ ਹਾਂ। ਨਿਸ਼ਾਨ ਵਾਲੀਆ ਮਿਸਲ ਦੀ ਸਥਾਪਨਾ ਬਿਲਕੁਲ ਦਸੌਂਧਾ ਸਿੰਘ ਦੁਆਰਾ ਕੀਤੀ ਗਈ ਸੀ। ਜਿਹੜੀ ਭੰਗੀ ਮਿਸਲ ਹੈ, ਭੰਗੀ ਮਿਸਲ ਦੀ ਸਥਾਪਨਾ ਜੈ ਸਿੰਘ ਦੁਆਰਾ ਨਹੀਂ ਕੀਤੀ ਗਈ ਸੀ, ਇਹ ਕੀਤੀ ਗਈ ਸੀ ਹਰੀ ਸਿੰਘ ਢਿੱਲੋਂ ਦੁਆਰਾ। ਤਾਂ ਸੈਕੰਡ ਆਪਸ਼ਨ ਜਿਹੜੀ ਗਲਤ ਹੈ, ਸੈਕੰਡ ਆਪਸ਼ਨ ਗਲਤ ਹੈ। ਥਰਡ ਆਪਸ਼ਨ ਹੈ ਸੁਕਰ ਚੱਕੀਆ ਮਿਸਲ, ਬੁੱਧਾ ਸਿੰਘ ਜਾਂ ਬੁੱਧ ਸਿੰਘ, ਇਹ ਠੀਕ ਹੈ। ਪਹਿਲੀ ਵੀ ਠੀਕ ਹੈ, ਤੀਜੀ ਵੀ ਠੀਕ ਹੈ, ਕਿਉਂਕਿ ਜਿਹੜੇ ਬੁੱਧਾ ਸਿੰਘ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ। ਤੇ ਡੱਲੇ ਵਾਲੀਆ ਮਿਸਲ ਦੀ ਸਥਾਪਨਾ ਗੁਲਾਬ ਸਿੰਘ ਡੱਲੇ ਵਾਲੇ ਨੇ ਕੀਤੀ ਸੀ, ਇਹ ਵੀ ਬਿਲਕੁਲ ਠੀਕ ਆ। ਹੁਣ ਇਹਨਾਂ ਨੇ ਕਿਹਾ ਕਿ ਕਿਹੜੀ ਇਨਕਰੈਕਟਲੀ ਮੈਚਡ ਹੈ, ਇਹਨਾਂ ਚੋਂ ਗਲਤ ਕੌਣ ਮੈਚ ਕੀਤਾ ਗਿਆ? ਆਪਸ਼ਨ 2, ਮਤਲਬ ਕਿ ਸਿਰਫ ਕੱਲਾ 2 ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਓਨਲੀ 2 ਇਜ਼ ਇਨਕਰੈਕਟਲੀ ਮੈਚਡ। ਹੁਣ ਅੱਗੇ ਚੱਲਦੇ ਹਾਂ। ਮੈਂ ਤੁਹਾਨੂੰ ਕੁਝ ਮਿਸਲਸ ਨੇ ਉਹ ਦੱਸਦਾ ਕਿ ਉਹਨਾਂ ਦੀ ਸਥਾਪਨਾ ਕਿਸ ਪਰਸਨ ਨੇ ਕੀਤੀ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛੇ ਜਾ ਚੁੱਕੇ ਹਨ। ਇਹ ਕੁਝ ਫੋਟੋ ਦਿੱਤੀ ਗਈ ਹੈ, ਇਹਦੇ ਵਿੱਚ ਦੱਸਿਆ ਗਿਆ ਕਿ ਕਿਹੜੀ ਮਿਸਲ ਦੀ ਕਿਸ ਨੇ ਸਥਾਪਨਾ ਕੀਤੀ ਸੀ। ਤਾਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਥੋੜਾ ਜ਼ੂਮ ਕਰਕੇ। ਕਰੋੜ ਸਿੰਘ ਦੀ ਮਿਸਲ, ਇਹਦੀ ਸਥਾਪਨਾ ਕਰੋੜ ਸਿੰਘ ਨੇ ਕੀਤੀ ਸੀ। ਤੇ ਉਸ ਤੋਂ ਇਲਾਵਾ ਨਿਸ਼ਾਨ ਵਾਲੀਆ ਮਿਸਲ, ਇਹਦੀ ਸਥਾਪਨਾ ਦਸੌਂਧਾ ਸਿੰਘ ਨੇ ਕੀਤੀ ਸੀ। ਪੜ੍ਹ ਲਓ ਇੱਕ ਵਾਰੀ। ਤੇ ਸ਼ਹੀਦਾਂ ਮਿਸਲ, ਇਹਦੀ ਸਥਾਪਨਾ ਬਾਬਾ ਦੀਪ ਸਿੰਘ ਨੇ ਕੀਤੀ ਸੀ। ਤੇ ਨਕਾਈ ਮਿਸਲ, ਇਹਦੀ ਸਥਾਪਨਾ ਹੀਰਾ ਸਿੰਘ ਨਕਾਈ ਨੇ ਕੀਤੀ ਸੀ। ਡੱਲੇ ਵਾਲੀਆ ਦੀ ਗੁਲਾਬ ਸਿੰਘ ਡੱਲੇ ਵਾਲੀ ਆਪਾਂ ਪੜ੍ਹ ਚੁੱਕੇ ਹਾਂ। ਰਾਮਗੜੀਆ ਮਿਸਲ ਦੀ ਜੱਸਾ ਸਿੰਘ ਰਾਮਗੜੀਆ ਨੇ। ਫੂਲਕੀਆਂ ਮਿਸਲ ਦੀ ਸਥਾਪਨਾ ਚੌਧਰੀ ਫੂਲ ਸਿੰਘ ਨੇ ਜਾਂ ਫੂਲ ਨੇ। ਭੰਗੀ ਮਿਸਲ ਦੀ ਹੀਰਾ ਸਿੰਘ ਢਿੱਲੋਂ ਨੇ, ਹਰੀ ਸਿੰਘ ਢਿੱਲੋਂ ਸੌਰੀ। ਆਲੂ ਵਾਲੀਆ ਮਿਸਲ ਦੀ ਸਥਾਪਨਾ ਜੱਸਾ ਸਿੰਘ ਆਲੂਵਾਲੀਆ ਨੇ। ਕਨਈਆ ਮਿਸਲ ਦੀ ਸਥਾਪਨਾ ਜੈ ਸਿੰਘ ਨੇ। ਤੇ ਸਿੰਘਪੁਰੀਆ ਜਾਂ ਫਿਰੋਜ਼ਪੁਰੀਆ ਮਿਸਲ ਦੀ ਸਥਾਪਨਾ ਨਵਾਬ ਕਪੂਰ ਸਿੰਘ ਨੇ ਕੀਤੀ ਸੀ। ਤੇ ਸੁਕਰ ਚੱਕੀਆ ਮਿਸਲ ਦੀ ਸਥਾਪਨਾ ਬੁੱਧਾ ਸਿੰਘ ਨੇ ਕੀਤੀ ਸੀ। ਇਹ ਜਿਹੜੀ ਕਟਿੰਗ ਆ ਇਹ ਸਾਡਾ ਪੰਜਾਬ ਬੁੱਕ ਦੇ ਵਿੱਚੋਂ ਲਈ ਗਈ ਆ, ਵੈਰੀ ਇੰਪੋਰਟੈਂਟ। ਯੂ ਕੈਨ ਆਲਸੋ ਰੀਡ ਦਾ ਬੁੱਕ ਐਜ਼ ਵੈਲ। ਕਮ ਟੂ ਦਾ ਨੈਕਸਟ ਕੁਐਸਚਨ, ਅਗਲੇ ਕੁਐਸਚਨ ਤੇ ਆਓ। ਹਾਂਜੀ, ਵਿਚ ਆਫ ਦਾ ਫੋਲੋਇੰਗ ਆਰਨਾਮੈਂਟ ਇਜ਼ ਨਾਟ ਯੂਜ਼ਡ ਬਾਈ ਪੰਜਾਬੀ ਮੈਨ, ਕਿ ਜਿਹੜੇ ਪੰਜਾਬੀ ਆਦਮੀ ਨੇ ਮੇਲ ਨੇ ਉਹ ਕਿਹੜੇ ਗਹਿਣਾ ਵਿੱਚੋਂ ਨਹੀਂ ਪਾਉਂਦੇ? ਸਰਪੇਸ਼, ਗੋਖੜੂ, ਤਖਤੀ, ਲੌਂਗ। ਬੜਾ ਈਜ਼ੀ ਹੈ, ਲੌਂਗ, ਕਿਉਂਕਿ ਲੌਂਗ ਨਹੀਂ ਪਾਇਆ ਜਾਂਦਾ ਮਰਦਾਂ ਦੁਆਰਾ, ਲੌਂਗ ਔਰਤਾਂ ਪਹਿਨਦੀਆਂ ਨੇ ਨੱਕ ਦੇ ਵਿੱਚ, ਇਹਨੂੰ ਕੋਕਾ ਵੀ ਕਿਹਾ ਜਾਂਦਾ। ਮੈਂ ਹੁਣ ਤੁਹਾਨੂੰ ਕੁਝ ਪੰਜਾਬੀ ਗਹਿਣਿਆਂ ਦੇ ਨਾਮ ਦੱਸਦਾ ਜਿਹੜੇ ਤੁਸੀਂ ਯਾਦ ਰੱਖਣੇ ਨੇ ਅਗਲੀ ਸਲਾਈਡ ਦੇ ਵਿੱਚ। ਜਿਸ ਤਰ੍ਹਾਂ ਨਾਲ ਸਿਰ ਦੇ ਗਹਿਣੇ ਨੇ, ਚੰਦ ਹੈ, ਸੱਗੀ ਫੁੱਲ ਕਹਿੰਦੇ ਜਿਹਨੂੰ, ਬਘਿਆੜੀ, ਟਿੱਕਾ, ਕਲਿੱਪ, ਸ਼ਿੰਗਾਰ ਪੱਟੀ, ਝੂਮਰ, ਸੂਈ ਆਦਿ ਜਿਹੜੇ ਸਿਰ ਦੇ ਗਹਿਣੇ, ਸੂਈਆਂ ਸਿਰ ਵਗੈਰਾ ਚਲਾਉਂਦੇ। ਕੰਨਾਂ ਦੇ ਗਹਿਣੇ ਨੇ ਕਾਂਟੇ, ਬੁੰਦੇ, ਪਿੱਪਲ ਪੱਤੀਆਂ, ਲੋਟਣ, ਸੌਣ ਚਿੜੀਆਂ, ਤੁੰਗਲ, ਮੁਰਕੀਆਂ, ਬਾਲੀਆਂ ਵੀ ਕਹਿੰਦੇ ਜਿਹਨੂੰ, ਇਹ ਸਾਰੇ ਕੀ ਨੇ? ਕੰਨਾਂ ਦੇ ਨੇ। ਤੇ ਨੱਕ ਦੇ ਗਹਿਣੇ ਨੇ ਕੋਕਾ, ਮੇਖ, ਨੱਥ, ਮਛਲੀ। ਕੋਕੇ ਨੂੰ ਹੀ ਬੇਸਿਕਲੀ ਆਪਾਂ ਲੌਂਗ ਜਿਹੜਾ ਪੜ੍ਹਦੇ ਕੋਕੇ ਨੂੰ ਲੌਂਗ ਵੀ ਕਿਹਾ ਜਾਂਦਾ। ਗਰਦਨ ਦੇ ਕਿਹੜੇ ਗਹਿਣੇ ਨੇ? ਗਹਿਣੇ ਕਿਹੜੇ ਨੇ? ਕੰਡੀ ਹੈ, ਹੱਸ, ਕੰਠੀ, ਮਟਰਮਾਲਾ, ਸਿੰਘ ਤਵੀਤ, ਬੁਗਤੀਆਂ, ਤੱਗਾ, ਹਮੇਲ। ਤੇ ਉਸ ਤੋਂ ਬਾਅਦ ਕੁਝ ਹੋਰ ਇਹਦੇ ਬਾਰੇ ਲਿਖਿਆ ਰੁਪਏ ਹੋਣਾ। ਹੱਥਾਂ ਦੇ ਗਹਿਣੇ ਕਿਹੜੇ ਨੇ? ਇੰਪੋਰਟੈਂਟ ਨੇ, ਗੋਖੜੂ ਆ, ਸਿੰਘਾੜੇ। ਗੋਖੜੂ ਦੇਖੋ, ਗੋਖੜੂ ਇਸਤਰੀਆਂ ਵੀ ਪਾ ਲੈਂਦੀਆਂ ਨੇ ਤੇ ਗੋਖੜੂ ਜਿਹੜੇ ਹੈਗੇ ਨੇ ਉਹ ਮਰਦ ਵੀ ਪਾ ਲੈਂਦੇ ਆ। ਲੱਛੇ, ਘੜੀ, ਚੂੜੀ, ਕੰਗਣ, ਪੱਟੀ, ਬਾਜ਼ੂਬੰਦ, ਗਜਰੇ। ਕੁਛ ਹੁਣ ਹੋਰ ਲਿਖੇ ਨੇ। ਹੱਥਾਂ ਦੇ ਗਹਿਣੇ ਜਿਹੜੇ ਲੇਡੀਜ਼ ਪਾਉਂਦੀਆਂ ਨੇ, ਮੁੰਦਰੀਆਂ ਹੋ ਗਈਆਂ, ਚਾਂਦੀ ਦੇ ਛੱਲੇ, ਹੱਥ ਫੁੱਲ, ਰਤਨ ਚੌਕ, ਕਲੀਰੇ ਵਗੈਰਾ ਹੁੰਦੇ ਜਾਂ ਕਲੀਚੜੀ, ਇਹ ਵੀ ਸਾਰੇ ਕੁਝ ਗਹਿਣੇ ਨੇ ਜਿਹੜੇ ਟ੍ਰੈਡੀਸ਼ਨਲੀ ਪੰਜਾਬ ਵਿੱਚ ਪਾਏ ਜਾਂਦੇ ਸੀ। ਅੱਜ ਕੱਲ੍ਹ ਤਾਂ ਇਹਨਾਂ ਦੇ ਨਾਮ ਵੀ ਘੱਟ ਪਤਾ ਨੇ ਬੱਚਿਆਂ ਨੂੰ, ਕਿਉਂਕਿ ਇਹ ਅੱਜ ਕੱਲ੍ਹ ਜਿਹੜੇ ਹੈਗੇ ਨੇ ਯੂਜ਼ ਵਿੱਚ ਬਹੁਤ ਘੱਟ ਆਉਂਦੇ ਨੇ। ਪੈਰਾਂ ਦੇ ਗਹਿਣੇ ਹੈਗੇ ਨੇ ਪਟੜੀਆਂ, ਗੁਸਲ ਪੱਟੀ, ਪੰਜੇਬਾਂ, ਪਾਂਕਾ, ਕੁੰਡਲੀ ਦਾ ਤੋੜੇ ਜਾਂ ਝਾਂਜਰਾ ਵੀ ਕਿਹਾ ਜਾਂਦਾ। ਝਾਂਜਰਾ ਤੇ ਪੰਜੇਬਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ। ਪੈਰਾਂ ਦੀਆਂ ਉਂਗਲੀਆਂ ਲਈ ਵਿਛੂਏ, ਛੱਲੇ ਤੇ ਛੱਲੀਆਂ ਆਦਿ। ਬੱਚਿਆਂ ਲਈ ਹੁੰਦੇ ਨੇ ਪੋਟੇ, ਸਗਲੇ, ਕੜੇ, ਕੰਗਣ ਆਦਿ। ਮਰਦਾਂ ਦੇ ਗਹਿਣੇ ਹੁੰਦੇ ਨੇ ਕੈਂਠਾ, ਮਾਲਾ, ਤਵੀਤਰੀਆਂ, ਕੜੇ, ਨੱਤੀਆਂ, ਮੁੰਦਰੀ, ਜ਼ੰਜੀਰੀ, ਛਾਪਾਂ ਤੇ ਤਖਤੀ। ਇਹ ਸਾਰੇ ਜਾਂ ਸਰਪੇਸ਼, ਇਹ ਸਾਰੇ ਮਰਦਾਂ ਦੇ ਗਹਿਣੇ ਨੇ। ਇਹਨਾਂ ਨੂੰ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਿਓ, ਯਾਦ ਕਰ ਲਿਓ। ਅਗਲਾ ਕੁਐਸਚਨ ਦੇਖੋ, ਮੈਚ ਦਾ ਫੋਲੋਇੰਗ।
ਇੱਧਰ ਕੁਝ ਈਵੈਂਟ ਦਿੱਤੇ ਗਏ ਨੇ, ਇਹਨਾਂ ਨੂੰ ਆਪਾਂ ਮੈਚ ਕਰਨਾ। ਦੂਸਰੇ ਪਾਸੇ ਜਿਹੜੇ ਈਵੈਂਟ ਦਿੱਤੇ ਨੇ ਉਹਨਾਂ ਨਾਲ, ਤੇ ਇੱਧਰ ਸਥਾਨਾਂ ਦੇ ਨਾਮ ਦਿੱਤੇ ਗਏ ਨੇ, ਇੱਧਰ ਕੁਝ ਈਵੈਂਟ ਦੇ ਨਾਮ ਦਿੱਤੇ ਗਏ ਨੇ। ਸੋਦਲ ਮੇਲਾ, ਦੁਰਗਿਆਣਾ ਮੰਦਿਰ, ਕਾਲੀ ਮਾਤਾ ਮੰਦਿਰ, ਸੂਰਜਕੁੰਡ ਮੇਲਾ। ਇਹ ਤੁਸੀਂ ਦੱਸਣਾ ਕਿ ਕਿੱਥੇ ਕਿੱਥੇ ਲਾਇਆ ਕਰਦੇ ਆ। ਤਾਂ ਸੋਦਲ ਮੇਲਾ ਜਿਹੜਾ ਹੈਗਾ ਇਹ ਬੇਸਿਕਲੀ ਜਲੰਧਰ 'ਚ ਲੱਗਦਾ। ਦੁਰਗਿਆਣਾ ਮੰਦਿਰ ਕਿੱਥੇ ਆ? ਅੰਮ੍ਰਿਤਸਰ ਦੇ ਵਿੱਚ। ਕਾਲੀ ਮਾਤਾ ਦਾ ਮੰਦਿਰ ਇਹ ਸਭ ਨੂੰ ਪਤਾ ਪਟਿਆਲਾ ਦੇ ਵਿੱਚ। ਅਗਰ ਤੁਸੀਂ ਇੱਕ ਜਾਂ ਦੋ ਵੀ ਦੇ ਵਿੱਚੋਂ ਮੈਚ ਕਰਨ ਵਾਲੇ ਲੱਭ ਲੈਣ ਤਾਂ ਤੁਹਾਡਾ ਸਾਰਾ ਜਿਹੜਾ ਹੈਗਾ ਡੀ ਕੋਡ ਹੋ ਜਾਂਦੀ ਹੈ, ਕੁਐਸਚਨ ਪੂਰਾ ਡੀ ਕੋਡ ਹੋ ਜਾਂਦਾ। ਤੇ ਸੂਰਜਕੁੰਡ ਮੇਲਾ ਹੈਗਾ ਜਿਹੜਾ ਸੁਨਾਮ ਦੇ ਵਿੱਚ ਲੱਗਦਾ। ਤਾਂ ਇਹਦਾ ਕਿਹੜਾ ਆਨਸਰ ਹੋਏਗਾ? ਪਹਿਲੇ ਦਾ ਸੀ, ਦੂਜੇ ਦਾ ਡੀ, ਫਸਟ ਸੀ, ਦੂਜੇ ਦਾ ਡੀ, ਹਾਂਜੀ ਫਸਟ ਸੀ, ਦੂਜੇ ਦਾ ਡੀ, ਆਪਸ਼ਨ ਬੀ, ਤੀਜੇ ਦਾ ਬੀ ਪਟਿਆਲਾ, ਹਾਂਜੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਤੇ ਸੋਦਲ ਮੇਲਾ ਜਲੰਧਰ ਦੇ ਵਿੱਚ ਆ, ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਵਿੱਚ ਆ। ਤੇ ਇਹਦੀ ਸਥਾਪਨਾ ਦੁਰਗਿਆਣਾ ਮੰਦਿਰ ਦੀ ਜਿਹੜੀ ਹੋਈ ਸੀਗੀ 1921 ਦੇ ਵਿੱਚ ਹੋਈ ਸੀ। ਤੇ ਉਸ ਟਾਈਮ ਇਹਨਾਂ ਦਾ ਜਿਹੜਾ ਇਨਾਗੂਰੇਟ ਕੀਤਾ ਗਿਆ ਸੀਗਾ ਮਦਨ ਮੋਹਨ ਮਾਲਵੀਆ ਦੁਆਰਾ ਕੀਤਾ ਗਿਆ ਸੀਗਾ, ਜਿਹੜੇ ਉਸ ਟਾਈਮ ਦੇ ਇੱਕ ਫੇਮਸ ਲੀਡਰ ਸੀ। ਤਾਂ ਇਹ ਵੈਰੀ ਇੰਪੋਰਟੈਂਟ ਹੈ, ਯਾਦ ਰੱਖਿਓ। ਕਾਲੀ ਮਾਤਾ ਦਾ ਮੰਦਿਰ ਪਟਿਆਲਾ ਦੇ ਵਿੱਚ ਆ। ਸੂਰਜਕੁੰਡ ਮੇਲਾ ਇਹ ਸੂਰਜ ਭਗਵਾਨ ਦੇ ਨਾਲ ਰਿਲੇਟਡ ਹੈ, ਇਹ ਕਿੱਥੇ ਆ? ਸੁਨਾਮ ਦੇ ਵਿੱਚ ਆ। ਅਗਲਾ ਕੁਐਸਚਨ ਦੇਖਦੇ ਹਾਂ। ਕੁਝ ਸਟੇਟਮੈਂਟ ਦਿੱਤੇ ਗਏ ਨੇ, ਆਪਾਂ ਦੇਖਣੀ ਨੇ ਇਹਨਾਂ 'ਚ ਕਿਹੜੀ ਕਿਹੜੀ ਸਟੇਟਮੈਂਟ ਸਹੀ ਹੈ ਜਾਂ ਕਿਹੜੀ ਗਲਤ ਹੈ। ਪਹਿਲੀ ਸਟੇਟਮੈਂਟ ਹੈ ਕਿ ਲਾਲਾ ਲਾਜਪਤ ਰਾਏ ਵਾਸ ਬੋਰਨ ਇਨ 1865 ਇਨ ਢੁੱਡੀਕੇ ਵਿਲੇਜ ਇਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਪਿੰਡ ਪੈਂਦਾ ਢੁੱਡੀਕੇ, ਉੱਥੇ ਜਨਮ ਹੋਇਆ। ਕਹਿੰਦੇ ਨੇ ਕਿ ਉੱਥੇ ਜਨਮ ਹੋਇਆ 1865 ਦੇ ਵਿੱਚ ਲਾਲਾ ਲਾਜਪਤ ਰਾਏ ਦਾ। ਪਹਿਲੀ ਸਟੇਟਮੈਂਟ ਇਹ ਹੈ। ਦੂਜੀ ਹੈਗੀ ਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਜਿਹਦਾ ਨਾਮ ਹੈਗਾ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ। ਤੀਜੀ ਸਟੇਟਮੈਂਟ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਨਾਮ ਹੈ ਹੋਏਗਾ, ਉਹਨਾਂ ਨੂੰ ਪਾਪੂਲਰਲੀ ਉਹਨਾਂ ਨੂੰ ਕੀ ਕਹਿੰਦੇ ਸੀ? ਪੰਜਾਬ ਕੇਸਰੀ। ਚੌਥੀ ਸਟੇਟਮੈਂਟ ਹੈ ਕਿ 17 ਨੰਬਰ ਜਿਹੜਾ ਹੈਗਾ ਸੈਲੀਬ੍ਰੇਟ ਕੀਤਾ ਜਾਂਦਾ ਉਹਨਾਂ ਦੀ ਡੈਥ ਐਨਵਰਸਰੀ ਦੇ ਤੌਰ ਤੇ। ਹੁਣ ਇਹ ਚਾਰ ਸਟੇਟਮੈਂਟਾਂ ਤੁਸੀਂ ਐਨਾਲਾਈਜ਼ ਕਰੋ ਤੇ ਆਨਸਰ ਮਾਰਕ ਕਰੋ। ਸੋ ਆਪਾਂ ਦੇਖਦੇ ਹਾਂ। ਪਹਿਲੀ ਸਟੇਟਮੈਂਟ ਬਿਲਕੁਲ ਠੀਕ ਆ, ਉਹਨਾਂ ਦਾ ਜਿਹੜਾ ਜਨਮ ਆ ਢੁੱਡੀਕੇ ਪਿੰਡ ਦੇ ਵਿੱਚ ਹੋਇਆ, ਲੁਧਿਆਣਾ ਜ਼ਿਲ੍ਹੇ ਦੇ ਵਿੱਚ। ਦੂਜੀ ਸਟੇਟਮੈਂਟ ਹੈਗੀ ਆ ਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਇਹ ਗਲਤ ਆ। ਜਿਹੜੀ ਇਹ ਕਿਤਾਬ ਲਿਖੀ ਹੋਈ ਆ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਇਹ ਲਿਖੀ ਗਈ ਆ ਦਾਦਾ ਭਾਈ ਨਹਿਰੂ ਜੀ ਦੁਆਰਾ, ਜਿਹਨਾਂ ਨੂੰ ਆਪਾਂ ਗ੍ਰੈਂਡ ਓਲਡ ਮੈਨ ਆਫ ਇੰਡੀਆ ਵੀ ਕਹਿੰਦੇ, ਉਹਨਾਂ ਦੁਆਰਾ ਇਹ ਕਿਤਾਬ ਲਿਖੀ ਗਈ ਆ। ਸੋ ਸੈਕੰਡ ਸਟੇਟਮੈਂਟ ਜਿਹੜੀ ਉਹ ਗਲਤ ਹੈ। ਥਰਡ ਸਟੇਟਮੈਂਟ ਹੈਗੀ ਕਿ ਇਹਨਾਂ ਨੂੰ ਪੰਜਾਬ ਕੇਸਰੀ ਕਹਿੰਦਾ ਸੀ, ਇਹ ਬਿਲਕੁਲ ਠੀਕ ਆ। ਫੋਰਥ ਇਹ ਵੀ ਠੀਕ ਹੈ। ਤਾਂ ਇਹਨਾਂ ਦੇ ਵਿੱਚੋਂ ਹੁਣ ਕਿਹੜੀ ਸਟੇਟਮੈਂਟ ਗਲਤ ਹੈ? ਪੁੱਛਿਆ ਗਿਆ ਵਿੱਚ ਇਹਦਾ ਇਨਕਰੈਕਟ ਸਟੇਟਮੈਂਟ। ਤਾਂ ਓਨਲੀ ਟੂ ਕਿੱਥੇ ਆ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਹੁਣ ਮੈਂ ਤੁਹਾਨੂੰ ਲਾਲਾ ਲਾਜਪਤ ਰਾਏ ਦੇ ਬਾਰੇ ਕੁਝ ਇੰਪੋਰਟੈਂਟ ਗੱਲਾਂ ਦੱਸਦਾ। ਲਾਲਾ ਲਾਜਪਤ ਰਾਏ ਦਾ ਜਿਹੜਾ ਦੇਹਾਂਤ ਆ ਉਹ ਹੋਇਆ ਸੀਗਾ 1928 ਦੇ ਵਿੱਚ, ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਸੀ। ਤੇ ਉਸ ਟਾਈਮ ਉਹਨਾਂ ਦੇ ਉੱਪਰ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਤਾਂ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਕੁਝ ਫੇਮਸ ਰਾਈਟਿੰਗਸ ਨੇ, ਜਿਹੜੀ ਉਹਨਾਂ ਦੀ ਡੈਥ ਐਨਵਰਸਰੀ ਉਹ 17 ਨਵੰਬਰ ਨੂੰ ਮਨਾਈ ਜੀ। 17 ਨਵੰਬਰ 1928 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ। ਉਹਨਾਂ ਦੀ ਫੇਮਸ ਰਾਈਟਿੰਗ ਜਿਹੜੀਆਂ ਹੈਗੀਆਂ ਨੇ, ਇੱਕ ਤਾਂ ਹੈਗੀ ਦਾ ਸਟੋਰੀ ਆਫ ਮਾਈ ਡਿਪੋਰਟੇਸ਼ਨ, ਫਿਰ ਆਰੀਆ ਸਮਾਜ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਅ ਹਿੰਦੂਜ਼ ਇੰਪ੍ਰੈਸ਼ਨ, ਫਿਰ ਲਿਖਿਆ ਯੰਗ ਇੰਡੀਆ, ਫਿਰ ਅਨਹੈਪੀ ਇੰਡੀਆ ਐਂਡ ਇੰਗਲੈਂਡਸ ਡੈਥ ਟੂ ਇੰਡੀਆ। ਇਹ ਸਾਰੀਆਂ ਕਿਤਾਬਾਂ ਨੇ ਉਹਨਾਂ ਦੀਆਂ ਜਿਹੜੀਆਂ ਇੰਪੋਰਟੈਂਟ ਨੇ। ਇੱਕ ਚੀਜ਼ ਹੋਰ ਖਾਸ ਗੱਲ ਹੈ, ਜਿਹੜਾ ਉਹਨਾਂ ਦੀ ਸ਼ਹੀਦੀ ਦਿਨ ਹੁੰਦਾ ਉਹ ਉੜੀਸਾ ਦੇ ਵਿੱਚ ਨੈਸ਼ਨਲ ਜਾਂ ਉਹਨਾਂ ਦਾ ਸਟੇਟ ਮਰਟਾਇਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ। ਵੈਰੀ ਇੰਪੋਰਟੈਂਟ। ਅਗਲਾ ਕੁਐਸਚਨ ਦੇਖੋ। ਵਿਚ ਆਫ ਦਾ ਫੋਲੋਇੰਗ ਗੁਰਦੁਆਰਾ ਸਾਹਿਬ ਇਜ਼ ਨਾਟ ਆਫ ਦਾ 5 ਤਖਤ ਸਾਹਿਬ। ਆਪਣੇ ਸਿੱਖ ਧਰਮ ਦੇ ਵਿੱਚ 5 ਤਖਤ ਨੇ, ਤੇ ਇਹਨਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਕਿਹੜਾ ਜਿਹੜਾ 5 ਤਖਤਾਂ ਦੇ ਵਿੱਚ ਨਹੀਂ ਆਉਂਦਾ ਹੈਗਾ? ਕੇਸਗੜ੍ਹ ਸਾਹਿਬ, ਹਰਮੰਦਰ ਸਾਹਿਬ, ਹੇਮਕੁੰਡ ਸਾਹਿਬ, ਪਟਨਾ ਸਾਹਿਬ। ਅਗਰ ਤੁਸੀਂ ਸਿੱਖ ਇਤਿਹਾਸ ਪੜ੍ਹਿਆ ਤਾਂ ਬਹੁਤ ਈਜ਼ੀ ਆ, ਜਾਂ ਤੁਸੀਂ ਵਿਜ਼ਿਟ ਕੀਤਾ। ਅਗਰ ਨਹੀਂ ਕੀਤਾ ਤਾਂ ਤੁਸੀਂ ਕਨਫਿਊਜ਼ ਹੋ ਸਕਦੇ ਹੋ। ਕੇਸਗੜ੍ਹ ਸਾਹਿਬ ਬਿਲਕੁਲ ਹੈਗਾ, ਹਰਮੰਦਰ ਸਾਹਿਬ ਵੀ ਹੈਗਾ, ਸਭ ਨੂੰ ਪਤਾ ਹੈਗਾ। ਹੇਮਕੁੰਡ ਸਾਹਿਬ ਨਹੀਂ ਹੈਗਾ, ਪਟਨਾ ਸਾਹਿਬ ਹੈਗਾ। ਤਾਂ ਮੈਂ ਹੁਣ ਤੁਹਾਨੂੰ 5 ਤਖਤ ਨੇ ਜਿਹੜੇ ਉਹ ਸਾਰੇ ਇੱਕ ਵਾਰੀ ਦਿਖਾ ਦਿੰਦਾ, ਕਿਹੜੇ ਕਿਹੜੇ 5 ਤਖਤ ਨੇ ਸਿੱਖ ਧਰਮ ਦੇ ਵਿੱਚ। ਦੇਖਦੇ ਹਾਂ। ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ, ਪਟਨਾ ਸਾਹਿਬ ਬਿਹਾਰ, ਹਜੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਨਾਂਦੇੜ ਦੇ ਵਿੱਚ, ਤੇ ਕੇਸਗੜ੍ਹ ਸਾਹਿਬ ਇਹ ਅਨੰਦਪੁਰ ਸਾਹਿਬ 'ਚ ਪੈਂਦਾ, ਦਮਦਮਾ ਸਾਹਿਬ ਬਠਿੰਡਾ ਦੇ ਵਿੱਚ ਪੈਂਦਾ। ਇਹ ਸਿੱਖ ਧਰਮ ਦੇ ਵਿੱਚ 5 ਤਖਤ ਨੇ। ਵੈਰੀ ਵੈਰੀ ਇੰਪੋਰਟੈਂਟ, ਨਾਮ ਯਾਦ ਰੱਖਿਓ ਇਹਨਾਂ ਦੇ, ਲੋਕੇਸ਼ਨਾਂ ਯਾਦ ਰੱਖਿਓ। ਅਗਲੀ ਸਟੇਟਮੈਂਟ, ਅਗਲਾ ਕੁਐਸਚਨ ਦੇਖਦੇ ਆਪਾਂ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਪੰਜਾਬ ਦੇ ਬਾਰੇ ਕੁਝ ਸਟੇਟਮੈਂਟਸ ਨੇ। ਬੇਸਿਕਲੀ ਜਿਹੜੇ ਕੁਐਸਚਨਾਂ ਨੇ ਕਰੰਟ ਅਫੇਅਰ ਦੇ ਨਾਲ ਰਿਲੇਟਡ, ਤੇ ਇੰਡੀਆ ਦੀ ਜਿਹੜੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਰਿਲੇਟਡ ਆ। ਰਾਣਾ KP ਸਿੰਘ ਇਜ਼ ਦਾ ਸਪੀਕਰ ਆਫ ਵਿਧਾਨ ਸਭਾ, ਪਹਿਲੀ ਸਟੇਟਮੈਂਟ ਹੈ। ਦੂਜੀ ਸਟੇਟਮੈਂਟ ਹੈ ਕਪਤਾਨ ਸਿੰਘ ਸੋਲੰਕੀ ਦਾ ਗਵਰਨਰ ਆਫ ਪੰਜਾਬ। ਤੀਜੀ ਹੈਗੀ ਹੈ ਰਜੀਆ ਸੁਲਤਾਨਾ ਇਜ਼ ਟਰਾਂਸਪੋਰਟ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਿਨਿਸਟਰ ਆਫ ਪੰਜਾਬ। ਫੋਰਥ ਹੈਗੀ ਹੈ ਭਾਰਤ ਭੂਸ਼ਣ ਆਸੂ ਇਜ਼ ਫੂਡ ਐਂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰ ਮਿਨਿਸਟਰ ਆਫ ਪੰਜਾਬ। ਤਾਂ ਇਹਦੇ ਵਿੱਚੋਂ ਤੁਸੀਂ ਮਾਰਕ ਕਰਨੀ ਹੈ ਕਿਹੜੀ ਸਟੇਟਮੈਂਟ ਟਰੂ ਆ। ਟਰੂ ਪਹਿਲੀ ਸਟੇਟਮੈਂਟ ਠੀਕ ਹੈ, ਦੂਜੀ ਸਟੇਟਮੈਂਟ ਗਲਤ ਹੈ। ਤੁਸੀਂ ਕਮੈਂਟ ਦੇ ਵਿੱਚ ਦੱਸਣਾ ਕਿ ਇਸ ਟਾਈਮ ਪੰਜਾਬ ਦੇ ਗਵਰਨਰ ਕੌਣ ਨੇ। ਕਮੈਂਟ ਦੇ ਵਿੱਚ ਤੁਸੀਂ ਰਿਪਲਾਈ ਕਰਨਾ ਇਸ ਚੀਜ਼ ਦਾ। ਰਜੀਆ ਸੁਲਤਾਨਾ ਜਿਹੜੇ ਆਪਣੇ ਟਰਾਂਸਪੋਰਟ ਐਂਡ ਵਾਟਰ ਸਪਲਾਈ ਦੇ ਮਿਨਿਸਟਰ ਨੇ, ਇਹ ਵੀ ਸਟੇਟਮੈਂਟ ਠੀਕ ਹੈ। ਤੇ ਭਾਰਤ ਭੂਸ਼ਣ ਆਸ਼ੂ ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਮਿਨਿਸਟਰ ਨੇ, ਇਹ ਵੀ ਠੀਕ ਹੈ। ਤਾਂ ਹੁਣ ਇਹਨਾਂ ਦੇ ਵਿੱਚੋਂ ਕਿਹੜੀ ਟਰੂ ਆ? ਫਸਟ, ਥਰਡ ਐਂਡ ਫੋਰਥ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਹਾਂਜੀ, ਅਗਲਾ ਕੁਐਸਚਨ ਦੇਖਦੇ ਹਾਂ।
ਵਿਚ ਅਮੰਗ ਦਾ ਫੋਲੋਇੰਗ ਡਜ਼ ਨਾਟ ਫਾਲ ਇਨ ਮਾਝਾ ਰੀਜਨ ਆਫ ਪੰਜਾਬ। ਪੰਜਾਬ ਦੇ ਆਪਾਂ ਦੇਖੇ ਕਿ 3 ਰੀਜਨ ਪੈਂਦੇ ਨੇ ਜਿਹੜੇ ਬੇਸਿਕਲੀ, ਤੇ ਕਿਹੜੇ ਨੇ ਉਹ? ਮਾਝਾ, ਦੁਆਬਾ ਐਂਡ ਮਾਲਵਾ। ਮਾਝਾ ਦੇ ਵਿੱਚ ਵੀ 4 ਡਿਸਟ੍ਰਿਕਟ ਪੈਂਦੇ ਆ, ਤੇ ਦੁਆਬਾ ਦੇ ਵਿੱਚ ਵੀ 4 ਡਿਸਟ੍ਰਿਕਟ ਪੈਂਦੇ ਆ, ਤੇ ਮਾਲਵਾ ਦੇ ਵਿੱਚ 14 ਡਿਸਟ੍ਰਿਕਟ ਪੈਂਦੇ ਆ। ਤਾਂ ਮਾਝਾ ਰੀਜਨ ਦੇ ਵਿੱਚ ਕਿਹੜਾ ਨਹੀਂ ਫਾਲ ਕਰਦਾ ਵਿੱਚ ਅਮੰਗ ਦਾ ਫੋਲੋਇੰਗ ਡਜ਼ ਨਾਟ ਫਾਲ ਇਨ ਦਾ ਮਾਝਾ ਰੀਜਨ ਆਫ ਪੰਜਾਬ? ਤਾਂ ਮਾਝਾ ਰੀਜਨ ਦੇ ਵਿੱਚ ਜਿਹੜਾ ਹੈਗਾ ਤਰਨ ਤਾਰਨ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ। ਤਾਂ ਤੁਸੀਂ ਇਹਦੇ ਵਿੱਚੋਂ ਜਿਹੜਾ ਹੈਗਾ ਇਹਦਾ ਸਹੀ ਆਨਸਰ ਹੈ ਉਹ ਹੈਗਾ ਕਪੂਰਥਲਾ। ਕਪੂਰਥਲਾ ਜਿਹੜਾ ਹੈਗਾ ਉਹ ਮਾਝਾ ਰੀਜਨ ਦੇ ਵਿੱਚ ਨਹੀਂ ਪੈਂਦਾ ਹੈਗਾ, ਕਪੂਰਥਲਾ ਹੈਗਾ ਦੁਆਬਾ ਰੀਜਨ ਦੇ ਵਿੱਚ ਪੈਂਦਾ। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਕੁਐਸਚਨ ਦੇਖੋ। ਹਾਂ, ਆਪਾਂ ਦੇਖ ਸਕਦੇ ਹਾਂ, ਦੇਖੋ ਕਪੂਰਥਲਾ ਜਿਹੜਾ ਹੈਗਾ ਦੁਆਬਾ ਦੇ ਵਿੱਚ ਪੈਂਦਾ। ਹੋਰ ਕਿਹੜੇ ਕਿਹੜੇ ਪੈਂਦੇ ਨੇ ਜ਼ਿਲ੍ਹੇ? ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ। ਮਾਝਾ ਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ। ਅਗਲਾ ਕੁਐਸਚਨ ਦੇਖਦੇ ਹਾਂ ਜੀ। ਇਹ ਲਾਸਟ ਕੁਐਸਚਨ ਹੈ। ਮੈਚ ਦਾ ਫੋਲੋਇੰਗ ਬੁੱਕਸ ਵਿਦ देयर ਆਥਰਸ। ਕੁਝ ਕਿਤਾਬਾਂ ਦੇ ਨਾਮ ਲਿਖਣੇ ਨੇ, ਆਪਾਂ ਉਹਨਾਂ ਦੇ ਆਥਰ ਦੇ ਨਾਲ ਮੈਚ ਕਰਨਾ। ਤੇ ਤੁਸੀਂ ਇਹਨੂੰ ਇੱਕ ਵਾਰੀ ਦੇਖੋ, ਐਨਾਲਾਈਜ਼ ਕਰੋ। ਸਾਮੇ ਪੱਤਰ, ਲਫ਼ਜ਼ਾਂ ਦੀ ਦਰਗਾਹ, ਪਵਿੱਤਰ ਪਾਪੀ, ਕਾਗਜ਼ ਤੇ ਕੈਨਵਸ। ਬਹੁਤ ਮਸ਼ਹੂਰ ਕਿਤਾਬਾਂ ਨੇ, ਐਗਜ਼ਾਮ ਦੇ ਵਿੱਚ ਹਰ ਵਾਰ ਪੁੱਛੀਆਂ ਜਾਂਦੀਆਂ ਨੇ ਕਿਤਾਬਾਂ, ਤੇ ਅੱਗੇ ਵੀ ਪੁੱਛੀਆਂ ਜਾਣਗੀਆਂ। ਤੇ ਸਾਮੇ ਪੱਤਰ ਜਿਹੜੀ ਕਵਿਤਾ ਸਾਮੇ ਪੱਤਰ ਲਿਖੀ ਗਈ ਸੀਗੀ ਪ੍ਰੋਫੈਸਰ ਮੋਹਨ ਸਿੰਘ ਦੁਆਰਾ। ਤੇ ਕਾਗਜ਼ ਤੇ ਕੈਨਵਸ ਬੜੀ ਫੇਮਸ ਜਿਹੜੀ ਰਚਨਾ ਉਹ ਕਿਹਦੀ ਆ? ਅੰਮ੍ਰਿਤਾ ਪ੍ਰੀਤਮ ਦੀ। ਠੀਕ ਹੈ ਜੀ। ਪਵਿੱਤਰ ਪਾਪੀ ਨਾਨਕ ਸਿੰਘ ਦੀ ਰਚਨਾ, ਤੇ ਲਫ਼ਜ਼ਾਂ ਦੀ ਦਰਗਾਹ ਸੁਰਜੀਤ ਪਾਤਰ ਦੀ ਹੈ। ਸਾਮੇ ਪੱਤਰ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ। ਤਾਂ ਹੁਣ ਤੁਸੀਂ ਇਹਨੂੰ ਮੈਚ ਕਰੋ, ਕਿਹੜਾ ਜਿਹੜਾ ਹੈਗਾ ਦਾ ਆਨਸਰ ਬਣੇਗਾ? ਏ ਦਾ 4, ਏ ਦਾ 4, ਬੀ ਦਾ 3, ਬੀ ਦਾ 3। ਤਾਂ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਡੀਕੋਡ ਹੋ ਗਿਆ। ਆਪਸ਼ਨ ਏ ਦਾ ਸਹੀ ਆਨਸਰ ਹੈ। ਤੇ ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ ਇੰਪੋਰਟੈਂਟ ਦੱਸ ਦਿੰਦਾ ਤੁਹਾਨੂੰ। ਕਾਗਜ਼ ਤੇ ਕੈਨਵਸ ਇਹ ਜਿਹੜੀ ਰਚਨਾ ਇਹ ਅੰਮ੍ਰਿਤਾ ਪ੍ਰੀਤਮ ਜੀ ਦੀ ਹੈ, ਜਿਹਦੇ ਲਈ ਇਹਨਾਂ ਨੂੰ ਪਹਿਲੀ ਫੀਮੇਲ ਰਾਈਟਰ ਨੇ ਪੰਜਾਬੀ ਲਿਟਰੇਚਰ ਦੇ ਵਿੱਚ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ। ਗਿਆਨਪੀਠ ਅਵਾਰਡ ਜਿਹੜਾ ਹੈਗਾ ਉਹ ਪੰਜਾਬੀ ਲਿਟਰੇਚਰ ਦਾ, ਕਿਸੇ ਵੀ ਲਿਟਰੇਚਰ ਦੇ ਵਿੱਚ ਸਭ ਤੋਂ, ਇੰਡੀਅਨ ਲਿਟਰੇਚਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਵਾਰਡ ਹੈ ਉਹ ਦਿੱਤਾ ਇਹਨਾਂ ਨੂੰ ਆਪਾਂ ਗਿਆਨਪੀਠ ਅਵਾਰਡ ਕਹਿੰਦੇ ਹਾਂ। ਉਹ ਕਾਗਜ਼ ਤੇ ਕੈਨਵਸ ਦੇ ਲਈ ਮਿਲਿਆ ਸੀ ਅੰਮ੍ਰਿਤਾ ਪ੍ਰੀਤਮ ਨੂੰ। ਤੇ ਇੱਕ ਇਹਨਾਂ ਦੀ ਹੋਰ ਰਚਨਾ ਅੰਮ੍ਰਿਤਾ ਪ੍ਰੀਤਮ ਦੀ ਜਿਹਦਾ ਨਾਮ ਹੈ ਸੁਨੇਹੇ ਦੇ ਲਈ ਇਹਨਾਂ ਨੂੰ ਸਾਹਿਤਿਆ ਅਕੈਡਮੀ ਅਵਾਰਡ ਵੀ ਮਿਲਿਆ ਸੀਗਾ। ਬੇਸਿਕਲੀ ਇਹਨਾਂ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ, ਤੇ ਬਾਅਦ 'ਚ ਇਹ ਇੰਡੀਆ ਦੇ ਵਿੱਚ ਸ਼ਿਫਟ ਕਰ ਗਏ ਸੀ। 1947 ਮਿਲੇ। ਤੇ ਉਸ ਟਾਈਮ ਇਹਨਾਂ ਨੇ ਜਦੋਂ ਇਹ ਪਾਕਿਸਤਾਨ ਤੋਂ ਇੰਡੀਆ ਮੂਵ ਕਰ ਰਹੇ ਸੀ, ਤਾਂ ਉਹਨਾਂ ਨੇ ਇੱਕ ਰਚਨਾ ਲਿਖੀ ਸੀ ਜਿਹਦਾ ਨਾਮ ਸੀ ਅੱਜ ਆਖਾਂ ਬਾਰਿਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ। ਜਿਹੜੀ ਇਹ ਰਚਨਾ ਇਹ ਅੰਮ੍ਰਿਤਾ ਪ੍ਰੀਤਮ ਜੀ ਨੇ ਉਦੋਂ ਲਿਖੀ ਸੀ ਜਦੋਂ ਉਹ ਪਾਕਿਸਤਾਨ ਤੋਂ ਪੰਜਾਬ ਆ ਰਹੇ ਸੀ, ਤੇ ਕਾਫੀ ਸਾਰੀ ਵਾਇਲੈਂਸ ਹੋ ਰਹੀ ਸੀ। ਤੇ ਉਸ ਟਾਈਮ ਉਹਨਾਂ ਨੇ ਉਸ ਟਾਈਮ ਦੇ ਹਾਲਾਤ ਦੇ ਲਈ ਇਹ ਕਵਿਤਾ ਲਿਖੀ ਸੀ। ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਆਟੋਬਾਇਓਗ੍ਰਾਫੀ ਉਹ ਵੀ ਯਾਦ ਰੱਖਿਆ ਤੁਸੀਂ, ਉਹਦਾ ਨਾਮ ਹੈਗਾ ਰਸੀਦੀ ਟਿਕਟ ਜਾਂ ਰੈਵਨਿਊ ਸਟੈਂਪ। ਤੇ ਅੱਜ ਲਈ ਇੰਨਾ ਹੀ ਕਾਫੀ ਆ। ਤੇ ਤੁਸੀਂ ਆਪਣਾ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਤੇ ਜੇ ਤੁਹਾਨੂੰ ਇਹ ਵੀਡੀਓ ਅੱਛਾ ਲੱਗਿਆ ਤਾਂ ਤੁਸੀਂ ਫਰਦਰ ਕਮੈਂਟ ਕਰਿਓ, ਤਾਂ ਇਹਦਾ ਨੈਕਸਟ ਪਾਰਟ ਅਸੀਂ ਜਲਦੀ ਲੈ ਕੇ ਆਵਾਂਗੇ। ਥੈਂਕ ਯੂ ਸੋ